ਵਾਹਿਗੁਰੂ ਜੀ। ਸਾਰੰਗ ਮਹਿਲਾ ਚੌਥਾ, ਘਰ ਪੰਜਵਾਂ, ਦੋਪਦੇ ਪੜਤਾਲ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਜਪ ਮਨ ਜਗਨਨਾਥ ਜਗਦੀਸ਼ਰੋ ਜਗ ਜੀਵਨੋ। ਮਨ ਮੋਹਨ ਸਿਉ ਪ੍ਰੀਤ ਲਾਗੀ। ਮੈਂ ਹਰ 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 ਟੇਕ ਸਭ ਦਿਨਸ ਸਭ ਰਾਤ। ਜਪ ਮਨ ਜਗਨਨਾਥ ਜਗਦੀਸ਼ਰੋ ਜਗ ਜੀਵਨੋ। ਮਨ ਮੋਹਨ ਸਿਉ ਪ੍ਰੀਤ ਲਾਗੀ। ਮੈਂ ਹਰ 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 ਟੇਕ ਸਭ ਦਿਨਸ ਸਭ ਰਾਤ। ਰਹਾਉ ਹਰ ਕੀ ਉਪਮਾ ਅਨੇਕ 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 ਗੁਣ ਗਾਵਤ। ਸੁਖ ਨਾਰਦ ਬ੍ਰਹਮਾਦਿਕ ਤਵ ਗੁਣ ਸੁਆਮੀ ਗਨ ਨ ਜਾਤ। ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸੁਆਮੀ। ਤੂੰ ਆਪੇ ਹੀ ਜਾਣੈ ਹੈ ਆਪਣੀ ਭਾਂਤ। ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ। ਹਰ ਕੇ ਜਨ ਸਾਧੂ ਹਰ ਭਗਾਤ। ਤੇ ਹਰ ਕੇ ਜਨ ਹਰ ਸਿਉ ਰਲ ਮਿਲੇ ਜੈਸੇ। ਜਨ ਨਾਨਕ ਸਲਲੈ ਸਲਲ ਮਿਲਾਤ। ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ। ਤੇ ਹਰ ਕੇ ਜਨ ਸਾਧੂ ਹਰ ਭਗਾਤ। ਤੇ ਹਰ ਕੇ ਜਨ ਹਰ ਸਿਉ ਰਲ ਮਿਲੇ ਜੈਸੇ। ਜਨ ਨਾਨਕ ਸਲਲੈ ਸਲਲ ਮਿਲਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਸੁੱਖਾਂ ਦੇ ਦਾਤੇ ਸਤਿਗੁਰੂ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਜਹਰਾ ਜਹੂਰ ਅਤੇ ਹਾਜ਼ਰ ਹਜ਼ੂਰ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਏਮਾਨ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਦੇ ਆਂ। ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ। ਵਾਹਿਗੁਰੂ ਜੀ ਦੀ ਰਹਿਮਤ ਹੋਈ ਹੈ ਜੋ ਅੰਮ੍ਰਿਤ ਵੇਲੇ ਸਤ ਸੰਗਤ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਪਾਵਨ ਗੁਰਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਏ ਜਨ ਆਪ ਜੀ ਨੂੰ ਸੁਣਾ ਰਹੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਹਰ ਰੋਜ਼ ਆਪ ਜੀ ਬੜੇ ਪਿਆਰ ਨਾਲ ਸਰਵਣ ਕਰਦੇ ਹੋ। ਉਸ ਦੇ ਨਾਲ ਸੰਬੰਧਿਤ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਇਹ ਅਮੋਲ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ 31 ਰਾਗਾਂ ਵਿੱਚ ਬਾਣੀ ਹੈ। ਗੁਰੂ ਨਾਨਕ ਸਾਹਿਬ ਜੀ ਨੇ 19 ਰਾਗ ਉਚਾਰਨ ਕੀਤੇ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸ਼ਲੋਕਾਂ 'ਚ ਬਾਣੀ ਬਖਸ਼ਿਸ਼ ਕੀਤੀ ਹੈ, ਰਾਗਾਂ 'ਚ ਨਹੀਂ ਹੈ। ਗੁਰੂ ਅਮਰਦਾਸ ਜੀ ਦੀ ਬਾਣੀ 17 ਰਾਗਾਂ ਵਿੱਚ ਹੈ। ਗੁਰੂ ਰਾਮਦਾਸ ਜੀ ਦੀ ਪਵਿੱਤਰ ਬਾਣੀ 30 ਰਾਗਾਂ ਵਿੱਚ ਹੈ। 19 ਰਾਗ ਗੁਰੂ ਨਾਨਕ ਸਾਹਿਬ ਜੀ ਦੇ, 11 ਹੋਰ ਨਵੇਂ ਰਾਗ ਗੁਰੂ ਰਾਮਦਾਸ ਜੀ ਨੇ ਸਾਨੂੰ ਬਖਸ਼ਿਸ਼ ਕੀਤੇ, ਉਹਨਾਂ 'ਚ ਬਾਣੀ ਬਖਸ਼ਿਸ਼ ਕੀਤੀ। ਜਿਵੇਂ ਇਤਿਹਾਸ ਅਸੀਂ ਪੜ੍ਹਦੇ ਹਾਂ ਕਿ ਛੋਟੀ ਉਮਰ 'ਚ ਹੀ ਮਾਤਾ ਪਿਤਾ ਚਲਾਣਾ ਕਰ ਗਏ। ਯਤੀਮ ਅਵਸਥਾ 'ਚ ਲਾਹੌਰ ਤੋਂ ਚੱਲ ਕੇ ਬਾਸਰ ਕੇ ਨਗਰ ਆਪਣੀ ਨਾਨੀ ਮਾਂ ਕੋਲ ਆ ਗਏ। ਹੁਣ ਅਸੀਂ ਵਿਚਾਰੀਏ ਕਿ ਗੁਰੂ ਰਾਮਦਾਸ ਜੀ ਨੇ ਏਡੀ ਵੱਡੀ ਦਾਤ ਕਿੱਥੋਂ ਪ੍ਰਾਪਤ ਕੀਤੀ। 30 ਰਾਗਾਂ 'ਚ ਬਾਣੀ ਬਖਸ਼ਿਸ਼ ਕੀਤੀ, ਔਰ ਬਾਣੀ ਵੀ ਕਿਹੜੀ ਹੈ ਦੇਖੋ। ਅੱਜ ਦਾ ਪਵਿੱਤਰ ਸ਼ਬਦ ਤੁਸੀਂ ਦੇਖ ਰਹੇ ਸੀ, ਪੜਤਾਲ ਦਾ।
ਪੜਤਾਲ ਇੱਕ ਛੰਦ ਦੀ ਕਿਸਮ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਜਿੱਥੇ ਤੁਕ ਤੁਕ ਤੇ ਤਾਲ ਬਦਲਿਆ ਜਾਏ, ਜਾਂ ਭਾਈ ਕਾਨ ਸਿੰਘ ਜੀ ਨਾਭਾ ਨੇ ਲਿਖਿਆ ਕਿ 4 ਤਾਲਾਂ ਦਾ ਸੰਗ੍ਰਹਿ। ਗੁਰੂ ਰਾਮਦਾਸ ਜੀ ਦੀ ਬਹੁਤ ਸਾਰੀ ਬਾਣੀ ਹੈ ਜਿਹਦੀਆਂ ਪੰਕਤੀਆਂ ਬੜੀਆਂ ਲੰਮੇਰੀਆਂ ਨੇ, ਜਿਹਦੇ ਵਿੱਚ ਜੋ ਸ਼ਬਦਾਵਲੀ ਹੈ ਨਾ ਉਹ ਨਵੀਂ ਤੋਂ ਨਵੀਂ ਹੈ, ਵੱਖਰੀ ਤੋਂ ਵੱਖਰੀ ਹੈ। ਬਹੁਤ ਸਾਰੇ ਨਵੇਂ ਨਵੇਂ ਬਚਨ ਗੁਰੂ ਰਾਮਦਾਸ ਜੀ ਦੀ ਪਵਿੱਤਰ ਰਚਨਾ ਚ ਮਿਲਣਗੇ। ਜਿਵੇਂ ਗਾਲ ਤੋਂ ਸਤਿਗੁਰੂ ਜੀ ਨੇ ਗਲਾਟੇ ਸ਼ਬਦ ਵਰਤੇ ਹੈ, ਗਲਾਟੇ ਇਹ ਨਵਾਂ ਸ਼ਬਦ ਹੈ। ਹੋਰ ਬਹੁਤ ਸਾਰੇ ਨੇ। ਔਰ ਗੁਰੂ ਰਾਮਦਾਸ ਜੀ ਦੀ ਪਵਿੱਤਰ ਬਾਣੀ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਕਹਿ ਲੋ ਤੁਕਾਂ ਨੇ ਜਾਂ ਗੱਲਾਂ ਨੇ ਜਿਹੜੀਆਂ ਸਾਡੇ ਮੂੰਹ ਹੀ ਚੜ ਜਾਂਦੀਆਂ ਨੇ, ਜਿਹੜੀਆਂ ਕਹਾਵਤਾਂ ਬਣ ਜਾਂਦੀਆਂ ਨੇ। ਜਿਵੇਂ ਸਤਿਗੁਰੂ ਜੀ ਦੇ ਬਚਨ ਜੈਕਾਰ ਕੀਓ ਧਰਮੀਆਂ ਕਾ, ਆਮ ਸਾਡੇ ਮੂੰਹ ਤੇ ਚੜ ਜਾਂਦਾ ਹੈ। ਹੋਰ ਇਹੋ ਜਿਹੇ ਬਹੁਤ ਸਾਰੇ ਬਚਨ ਨੇ। ਗੁਰੂ ਰਾਮਦਾਸ ਜੀ ਦੀ ਬਾਣੀ ਛੰਤਾਂ ਵਿੱਚ ਬਹੁਤ ਸਾਰੀ ਹੈ। ਗੁਰੂ ਰਾਮਦਾਸ ਜੀ ਦੀਆਂ ਬਾਣੀਆਂ ਜਿਵੇਂ ਕਰਹਲੇ ਹੈ, ਇਹੋ ਜਿਹੀਆਂ ਸਤਿਗੁਰੂ ਜੀ ਦੀਆਂ ਉਚੇਚੀਆਂ ਬਾਣੀਆਂ ਨੇ। ਗੁਰੂ ਰਾਮਦਾਸ ਜੀ ਦੀ ਸਮੁੱਚੀ ਬਾਣੀ ਜਦੋਂ ਤੁਸੀਂ ਪੜ੍ਹੋਗੇ, ਉਹਦੇ ਵਿੱਚ ਸਤਿਗੁਰੂ ਜੀ ਨੇ ਪ੍ਰਭੂ ਪਿਆਰ, ਵਾਹਿਗੁਰੂ ਦੇ ਪ੍ਰਤੀ ਜੋ ਬਿਰਹ ਹੈ ਉਹਦਾ ਉਮਾ ਪ੍ਰਗਟ ਹੁੰਦਾ ਹੈ। ਪਰਮਾਤਮਾ ਦੇ ਪ੍ਰਤੀ ਜੋ ਖਿੱਚ ਹੈ ਉਹ ਵਾਰ-ਵਾਰ ਪ੍ਰਗਟ ਹੁੰਦੀ ਹੈ। ਉਹਨਾਂ ਦੀ ਪਵਿੱਤਰ ਬਾਣੀ ਪੜ੍ਹ ਕੇ ਜੇ ਉਸ ਨੂੰ ਅਸੀਂ ਸੁਰਤ ਜੋੜ ਕੇ ਪੜ੍ਹੀਏ, ਪਿਆਰ ਨਾਲ ਪੜ੍ਹੀਏ, ਕਿੰਨੇ ਪਿਆਰੇ ਛੰਤ ਨੇ ਜਿਹੜੇ ਆਸਾ ਦੀ ਵਾਰ ਵਿੱਚ ਰਾਗੀ ਸਿੰਘ ਗਾਇਨ ਕਰਦੇ ਨੇ। ਹੋਰ ਛੰਤ ਉਹਨਾਂ ਦੇ ਪੜ੍ਹ ਕੇ ਦੇਖੋ ਜਿਨ੍ਹਾਂ ਅੰਦਰ ਪ੍ਰਮਾਤਮਾ ਦਾ ਪਿਆਰ ਕੁੱਟ-ਕੁੱਟ ਕੇ ਭਰਿਆ ਹੋਇਆ, ਵੈਰਾਗ ਭਰਿਆ ਹੋਇਆ। ਮੇਰੇ ਹਰ ਪ੍ਰੀਤਮ ਕੀ ਕੋ ਬਾਤ ਸੁਣਾਵੇਂ, ਸੋ ਭਾਈ ਸੋ ਮੇਰਾ ਵੀਰ। ਹੋਰ ਬਹੁਤ ਸਾਰੇ ਬਚਨ ਸਤਿਗੁਰੂ ਜੀ ਦੇ ਬੜੇ ਅਮੋਲ ਨੇ। ਅੱਜ ਦਾ ਇਹ ਪਵਿੱਤਰ ਮੁਖ ਵਾਕ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। 2 ਪਦਾ ਹੈ, 2 ਪਦਿਆਂ ਵਾਲਾ ਇਹ ਪਵਿੱਤਰ ਸ਼ਬਦ ਹੈ। ਸਤਿਗੁਰੂ ਜੀ ਨੇ ਮਨੁੱਖ ਨੂੰ ਇੱਕ ਗਿਆਨ ਦਿੱਤਾ ਹੈ। ਹਰ ਪ੍ਰਾਣੀ ਚਾਹੁੰਦਾ ਹੈ ਕਿ ਰੱਬ ਨੂੰ ਮਿਲਣਾ ਹੈ, ਰੱਬ ਤੱਕ ਪਹੁੰਚਣਾ ਹੈ। ਔਰ ਰੱਬ ਨੂੰ ਮਿਲਣ ਦੇ ਲਈ ਬਹੁਤ ਤਰ੍ਹਾਂ ਦੇ ਯਤਨ ਆਪਾਂ ਦੇਖਦੇ ਧਰਮ ਦੀ ਦੁਨੀਆ 'ਚ ਲੋਕ ਕਰ ਰਹੇ ਨੇ। ਰੱਬ ਦੇ ਨਾਂ ਤੇ ਕੋਈ ਘਰ-ਬਾਰ ਛੱਡ ਕੇ ਜੰਗਲਾਂ 'ਚ ਬੈਠ ਜਾਂਦਾ ਹੈ। ਰੱਬ ਦੇ ਨਾਂ ਤੇ ਕੋਈ ਤੀਰਥਾਂ ਦਾ ਰਟਨ ਕਰੀ ਜਾ ਰਿਹਾ ਹੈ, ਤੀਰਥਾਂ ਦਾ ਇਸ਼ਨਾਨ ਕਰੀ ਜਾ ਰਿਹਾ ਹੈ। ਰੱਬ ਨੂੰ ਮਿਲਣ ਦੇ ਨਾਂ ਤੇ ਕੋਈ ਸਰੀਰ ਨੂੰ ਕਸ਼ਟ ਦੇ ਰਿਹਾ ਹੈ, ਭੁੱਖਾ ਰਹਿ ਰਿਹਾ ਹੈ। ਹੋਰ ਬਹੁਤ ਕੁਝ ਹੋ ਰਿਹਾ ਹੈ। ਕਈ ਤਰ੍ਹਾਂ ਦੇ ਕਰਮ ਕਾਂਡ, ਦਾਨ ਪੁੰਨ, ਜਪ ਤਪ ਮਨੁੱਖਾ ਸ਼੍ਰੇਣੀ ਅੰਦਰ ਕੀਤੇ ਜਾਂਦੇ ਹਨ। ਪਰ ਗੁਰੂ ਰਾਮਦਾਸ ਜੀ ਮੇਰਾ ਮਹਾਰਾਜ ਨੇ ਅੱਜ ਦੇ ਪਵਿੱਤਰ ਮੁਖ ਵਾਕ ਦੇ ਰਾਹੀਂ ਇਹ ਸਾਨੂੰ ਗਿਆਨ ਦਿੱਤਾ ਕਿ ਜੇ ਪ੍ਰਮਾਤਮਾ ਨੂੰ ਮਿਲਣਾ ਹੈ ਨਾ, ਇਹ ਗੱਲ ਚੇਤੇ ਰੱਖੋ, ਪ੍ਰਮਾਤਮਾ ਹੀ ਸਾਰਿਆਂ ਦਾ ਮਾਲਕ ਹੈ। ਪਰਮਾਤਮਾ ਹੀ ਸਾਰਿਆਂ ਤੋਂ ਵੱਡਾ ਹੈ। ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਹੈ, ਵਾਹਿਗੁਰੂ ਹੈ, ਪ੍ਰਭੂ ਹੈ। ਤੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਹੈ, ਪਰਮਾਤਮਾ ਦੇ ਗੁਣ ਗਾਓ, ਪਰਮਾਤਮਾ ਦੀ ਕੀਰਤੀ ਕਰੋ। ਜਿਉਂ-ਜਿਉਂ ਪਰਮਾਤਮਾ ਦੀ ਕੀਰਤੀ ਕਰੋਗੇ ਨਾ, ਪਰਮਾਤਮਾ ਆਪੇ ਤੁਹਾਨੂੰ ਆਪਣੇ ਵੱਲ ਖਿੱਚ ਲਏਗਾ, ਤੁਹਾਡੇ ਮਨ ਨੂੰ ਮੋਹ ਲਏਗਾ। ਉਹ ਮਨ ਮੋਹਣ ਹੈ, ਉਹਦੀ ਵਡਿਆਈ ਹੈ ਕਿ ਉਹ ਮਨ ਨੂੰ ਮੋਹ ਲੈਣ ਵਾਲਾ ਹੈ। ਪਰਮਾਤਮਾ ਦੇ ਗੁਣ ਗਾਓਗੇ, ਪਰਮਾਤਮਾ ਤੁਹਾਨੂੰ ਆਪਣੇ ਵੱਲ ਖਿੱਚ ਲਏਗਾ। ਪਰ ਪਰਮਾਤਮਾ ਦੇ ਗੁਣ ਗਾਉਂਦਿਆਂ ਕਦਾਚ ਤੇ ਖਿਆਲ ਨਾ ਆਏ ਕਿ ਮੈਂ ਪਰਮਾਤਮਾ ਦੇ ਬੜੇ ਗੁਣ ਗਾ ਲਏ ਨੇ, ਜਿਵੇਂ ਬੜੀਆਂ ਮਾਲਾ ਫੇਰ ਲੀਆਂ ਨੇ, ਬੜੀਆਂ ਬਾਣੀਆਂ ਪੜ੍ਹ ਲੀਆਂ ਨੇ। ਧਰਮ ਦੀ ਦੁਨੀਆ 'ਚ ਬਹੁਤ ਘਾਲਣਾ ਕਰ ਰਿਹਾ ਮਨੁੱਖ, ਬਹੁਤ ਯਤਨ ਕਰ ਰਿਹਾ, ਬੜੇ ਪਾਠ ਕਰ ਰਿਹਾ, ਬੜਾ ਸਿਮਰਨ ਕਰ ਰਿਹਾ। ਪਰ ਕਾਰਨ ਕੀ ਹੈ ਕਿ ਸਾਡੀ ਜ਼ਿੰਦਗੀ ਅੰਦਰ ਕ੍ਰਾਂਤੀ ਕਿਉਂ ਨਹੀਂ ਆਉਂਦੀ? ਉਹਦਾ ਕਾਰਨ ਕਿ ਅਸੀਂ ਰੱਬ ਦੇ ਨਾਲ ਵੀ ਲੇਖਾ ਜੋਖਾ ਕਰਨ ਲੱਗ ਪੈਂਦੇ ਹਾਂ। ਅਸੀਂ ਸੋਚਦੇ ਕਿ ਇੰਨੀਆਂ ਬਾਣੀਆਂ ਪੜ੍ਹੀਆਂ ਰੱਬ ਮਿਲ ਜਾਏਗਾ, ਇੰਨੇ ਪਾਠ ਕੀਤਿਆਂ ਰੱਬ ਮਿਲ ਜਾਏਗਾ, ਜਾਂ ਇੰਨਾ ਸਿਮਰਨ ਕੀਤਿਆਂ ਰੱਬ ਮਿਲ ਜਾਏਗਾ। ਇਹ ਸਭ ਕੁਝ ਤਾਂ ਕਰਨ ਹੈ, ਜ਼ਰੂਰੀ ਹੈ, ਮੁਬਾਰਕ ਹੈ। ਪਰ ਜੇ ਆਪਾਂ ਗਿਣਤੀਆਂ 'ਚ ਪੈ ਕੇ ਕਵਾਂਗੇ ਰੱਬ ਨੂੰ ਮਿਲ ਲਵਾਂਗੇ, ਤੇ ਸਤਿਗੁਰੂ ਜੀ ਕਹਿੰਦੇ ਨਹੀਂ, ਰੱਬ ਨੂੰ ਆਪਾਂ ਚੇਤੇ ਕਰਨਾ ਹੈ ਪਿਆਰ ਦੇ ਨਾਲ। ਜਿੱਥੇ ਪਿਆਰ ਹੋਏ ਨਾ, ਉੱਥੇ ਗਿਣਤੀਆਂ ਨਹੀਂ ਹੁੰਦੀਆਂ, ਉੱਥੇ ਹਿਸਾਬ ਕਿਤਾਬ ਨਹੀਂ ਹੁੰਦਾ। ਦੇਖੋ ਕਿਸੇ ਨਾਲ ਸਾਡੀ ਸਾਂਝ ਹੋਏ, ਉਹਨਾਂ ਕੋਈ ਆਪਾਂ ਲੈਣਾ ਦੇਣਾ, ਕੋਈ ਹਿਸਾਬ ਕਿਤਾਬ ਰੱਖਦੇ ਹਾਂ? ਬਿਲਕੁਲ। ਪਰਮਾਤਮਾ ਸਾਨੂੰ ਜੋ ਦਾਤਾਂ ਦੇ ਰਿਹਾ ਹੈ ਉਹ ਅਸੀਮ ਨੇ। ਪਰਮਾਤਮਾ ਦੀਆਂ ਰਹਿਮਤਾਂ ਦਾ ਅਸੀਂ ਜ਼ਿਕਰ ਕਰ ਹੀ ਨਹੀਂ ਸਕਦੇ। ਅੱਜ ਤੱਕ ਸਾਨੂੰ ਵਾਹਿਗੁਰੂ ਜੀ ਨੇ ਜ਼ਿੰਦਗੀ 'ਚ ਕਿੰਨੀਆਂ ਦਾਤਾਂ ਦਿੱਤੀਆਂ, ਅਸੀਂ ਗਿਣ ਸਕਦੇ ਕੋਈ?
ਕਿਤੇ ਇਕੱਲਿਆਂ ਬੈਠ ਕੇ ਆਪਾਂ ਸੋਚੀਏ ਕਿ ਜਨਮ ਤੋਂ ਲੈ ਕੇ ਅੱਜ ਤੱਕ ਵਾਹਿਗੁਰੂ ਜੀ ਨੇ ਕਿੰਨੀਆਂ ਰਹਿਮਤਾਂ ਕੀਤੀਆਂ ਸਾਡੇ ਤੇ, ਕਿੰਨੀਆਂ ਦਾਤਾਂ ਦਿੱਤੀਆਂ, ਔਰ ਕਿੰਨੀਆਂ ਅਮੋਲ ਦਾਤਾਂ ਨੇ। ਜੋ ਕੁਝ ਪ੍ਰਮਾਤਮਾ ਨੇ ਦਿੱਤਾ ਹੈ ਉਹ ਬਾਜ਼ਾਰੋਂ ਮੁੱਲ ਨਹੀਂ ਮਿਲ ਸਕਦਾ, ਉਹਦੀ ਕੋਈ ਕੀਮਤ ਨਹੀਂ ਹੈ, ਤੇ ਹੈ ਵੀ ਉਹ ਅਨੰਤ ਹੈ। ਜਿਉਂ-ਜਿਉਂ ਪ੍ਰਮਾਤਮਾ ਦੀਆਂ ਦਾਤਾਂ ਨੂੰ ਦੇਖ ਕੇ ਉਹਦੇ ਸ਼ੁਕਰਾਨੇ 'ਚ ਜੁੜਾਂਗੇ ਨਾ, ਕਿਉਂ ਤਾਂ ਅਸੀਂ ਉਹਦੇ ਨੇੜੇ ਲੱਗਦੇ ਜਾਵਾਂਗੇ। ਪਰ ਸਾਡਾ ਸੁਭਾਅ ਹੈ ਕਿ ਅਸੀਂ ਰੱਬ ਦੇ ਨਾਲ ਵੀ ਗਿਣਤੀਆਂ ਮਿਣਤੀਆਂ ਕਰਦੇ, ਹਿਸਾਬ ਕਿਤਾਬ ਕਰਦੇ ਹਾਂ। ਇਹ ਜਿਹੜੀ ਗਿਣਤੀ ਸੀ ਇਹ ਤੇ ਦੁਨਿਆਵੀ ਪਦਾਰਥ ਗਿਣ ਲਈ ਸੀ, ਤੇ ਬੰਦੇ ਨੇ ਰੱਬ ਦਾ ਨਾਂ ਗਿਣਨਾ ਸ਼ੁਰੂ ਕਰਤਾ ਇਹਦੇ ਰਾਹੀਂ। ਸਾਹਿਬ ਜੀ ਕਹਿੰਦੇ ਪਿਆਰ ਨਾਲ ਪ੍ਰਮਾਤਮਾ ਨੂੰ ਚੇਤੇ ਕਰੋ। ਤੁਸੀਂ ਪਿਆਰ ਨਾਲ ਪ੍ਰਮਾਤਮਾ ਦੇ ਗੁਣ ਗਾਓਗੇ, ਪ੍ਰਮਾਤਮਾ ਆਪੇ ਤੁਹਾਨੂੰ ਆਪਣੇ ਵਿੱਚ ਅਭੇਦ ਕਰ ਲਏਗਾ। ਜੇ ਤੁਸੀਂ ਕਹੋ ਕਿ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਪਾ ਲਾਂਗੇ, ਆਪਾਂ ਇਹਨੇ ਗੁਣ ਪ੍ਰਮਾਤਮਾ ਦੇ ਗਾ ਲਵਾਂਗੇ, ਇਹਨੇ ਪਾਠ ਕਰ ਲਵਾਂਗੇ, ਸਤਿਗੁਰੂ ਜੀ ਕਹਿੰਦੇ ਬਹੁਤ ਆਏ ਨੇ ਗਿਣਤੀਆਂ ਕਰਨ ਵਾਲੇ, ਬਹੁਤ ਆਏ ਨੇ। ਬ੍ਰਹਮਾ ਵਰਗਿਆਂ ਦੀ ਸਤਿਗੁਰੂ ਜੀ ਨੇ ਗੱਲ ਕੀਤੀ ਹੈ। ਬ੍ਰਹਮਾ ਦੇ 4 ਪੁੱਤਰ ਵਿਦਵਾਨ ਹੋਏ ਨੇ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਅਸੀਂ ਰੋਜ਼ ਪੜ੍ਹਦੇ ਹਾਂ। ਜਾਪ ਸਾਹਿਬ ਜੀ ਚੱਕਰ ਚਿਹਨਾ ਅਰਬਰਨ ਜਾਤਰ ਪਾਤ ਨਾ ਹਿੰਜੇ, ਰੂਪ ਰੰਗ ਰੇਖ ਪੇਖ ਕਹਿ ਨਾ ਸਕਤ ਕੇ, ਅਚਲ ਮੂਰਤ ਅਨਭਵ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸਾਹ ਸ਼ਹਾਨ ਗਣੀਜੈ, ਤ੍ਰਿਪਾਵਨ ਮਹੀ ਸੁਰ ਨਾਰ ਸੁਰ, ਨੇਤ ਨੇਤ ਬਣ ਤਰਨ ਕਹਿ। ਉਹ ਤੇ ਨੇਤ ਨੇਦਰਥ ਕੇ ਪਰੇ ਤੋਂ ਪਰੇ ਹੈ। ਤਬ ਸਰਬ ਨਾਮ ਕਥੇ ਕਵਨ ਕਰਮ ਨਾਮ ਬਰਨਤ ਸੁਮਤ। ਪਰਮਾਤਮਾ ਜੀ ਤੁਹਾਡੇ ਕੋਈ ਸਰਬਨਾਮ ਦਰਤ ਕੇ ਤੁਹਾਡਾ ਅਜਿਹਾ ਕੋਈ ਨਾਮ ਜਿਹੜਾ ਤੁਹਾਨੂੰ ਸੰਪੂਰਨ ਤੌਰ ਤੇ ਤੁਹਾਡੀ ਹਸਤੀ ਨੂੰ ਬਿਆਨ ਕਰਦੇ ਹੋ, ਕੋਈ ਬਿਆਨ ਹੀ ਨਹੀਂ ਕਰ ਸਕਿਆ। ਆ ਜਿੰਨੇ ਨਾਮ ਨੇ ਇਹ ਕਰਮ ਨਾਮ ਨੇ, ਪਰਮਾਤਮਾ ਦੇ ਕੋਈ ਸਰਬਨਾਮ ਨਹੀਂ ਹੈ। ਕਿਸੇ ਨੇ ਦੇਖਿਆ ਕਿ ਪ੍ਰਮਾਤਮਾ ਰਮਿਆ ਹੋਇਆ ਹੈ, ਉਹਨੇ ਕਹਿਤਾ ਰਾਮ ਹੈ ਪ੍ਰਮਾਤਮਾ। ਰਾਮ ਦਾ ਅਰਥ ਰਮਿਆ ਹੋਇਆ। ਰਾਮ ਕਿਸੇ ਵਿਅਕਤੀ ਦਾ ਨਾਮ ਨਹੀਂ ਹੈ, ਚਲੋ ਰੱਖੇ ਨੇ ਬਹੁਤ ਸਾਰੇ ਲੋਕਾਂ ਨੇ। ਰਾਮ ਦਾ ਅਰਥ ਰਮਿਆ ਹੋਇਆ। ਕਿਸੇ ਨੇ ਦੇਖਿਆ ਪ੍ਰਮਾਤਮਾ ਬੜਾ ਰਹਿਮ ਦਿਲ ਹੈ, ਉਹਨੇ ਰਹੀਮ ਕਹਿ ਦਿੱਤਾ ਉਹਨੂੰ। ਕਿਸੇ ਨੇ ਕਹਿਤਾ ਪ੍ਰਮਾਤਮਾ ਬੜੀ ਬਖਸ਼ਿਸ਼ ਕਰਦਾ, ਉਹਨੇ ਕਰੀਮ ਕਹਿ ਦਿੱਤਾ ਉਹਨੂੰ। ਕਿਸੇ ਨੇ ਦੇਖਿਆ ਪ੍ਰਮਾਤਮਾ ਬੜਾ ਦਰਿਆ ਦਿਲ, ਉਹਨੇ ਦਿਆਲੂ ਕਹਿਤਾ। ਕੋਈ ਕਹਿੰਦਾ ਪ੍ਰਮਾਤਮਾ ਪ੍ਰithvi ਦਾ ਪਾਲਣਾ ਕਰਨ ਵਾਲੇ ਨੂੰ ਗੋਪਾਲ ਕਹਿਤਾ। ਇਹ ਤੇ ਕਰਮ ਨਾਮ ਨੇ, ਜਿਹੋ ਜਿਹਾ ਕਰਮ ਕਿਸੇ ਨੇ ਦੇਖਿਆ ਉਹ ਜਿਹਾ ਉਹਦਾ ਨਾਮ ਰੱਖ ਦਿੱਤਾ। ਪਰ ਇਹ ਨਾਮ ਚੇਤੇ ਕਰਨ ਦਾ ਅਰਥ ਇਹ ਨਹੀਂ ਕਿ ਅਸੀਂ ਪ੍ਰਮਾਤਮਾ ਦਾ ਕੋਈ ਅੰਤ ਲੈ ਲਈਏ। ਸਤਿਗੁਰੂ ਜੀ ਕਹਿੰਦੇ ਕੋਈ ਲੈ ਨਹੀਂ ਸਕਿਆ, ਨਾ ਲੈ ਸਕੇਗਾ। ਹਾਂ, ਜੇ ਤੁਸੀਂ ਉਹਨੂੰ ਪਿਆਰ ਨਾਲ ਚੇਤੇ ਕਰੋਗੇ, ਤੇ ਜਿਹੜੇ ਰੱਬ ਨੂੰ ਵਾਹਿਗੁਰੂ ਜੀ ਨੂੰ ਪਿਆਰ ਨਾਲ ਚੇਤੇ ਕਰਦੇ ਨੇ ਉਹ ਤੇ ਪ੍ਰਮਾਤਮਾ 'ਚ ਇਵੇਂ ਸਮਾ ਜਾਂਦੇ ਨੇ ਜਿਵੇਂ ਪਾਣੀ ਪਾਣੀ ਵਿੱਚ ਲਿਵਲੀਨ ਹੋ ਜਾਂਦਾ। ਉਹਦੇ 'ਚ ਤੇ ਪ੍ਰਮਾਤਮਾ 'ਚ ਭੇਦ ਹੀ ਕੋਈ ਨਹੀਂ ਰਹਿੰਦਾ। ਪ੍ਰਮਾਤਮਾ ਦਾ ਮਿਲਣ ਕੋਈ ਇਸ ਸਰੀਰ ਤੋਂ ਬਾਅਦ ਨਹੀਂ ਹੈ ਕਿ ਮਰ ਜਾਾਂਗੇ ਤੇ ਫਿਰ ਰੱਬ 'ਚ ਲਿਵਲੀਨ ਹੋਵਾਂਗੇ। ਇੰਨਾ ਚਿਰ ਉਡੀਕਣ ਦੀ ਕੀ ਲੋੜ ਹੈ ਕਿ ਮਰੀਏ ਤੇ ਫੇਰ ਹੀ ਰੱਬ 'ਚ ਲਿਵਲੀਨ ਹੋਈਏ। ਜੀਵਨ ਮੁਕਤ ਜਿਉਂਦੇ ਜੀ ਪ੍ਰਮਾਤਮਾ ਦੇ ਵਿੱਚ ਲਿਵਲੀਨ ਹੋਣਾ, ਜ਼ਿੰਦਗੀ ਦਾ ਆਨੰਦ ਮਾਣਨਾ, ਜ਼ਿੰਦਗੀ ਦਾ ਮਕਸਦ ਹੀ ਪ੍ਰਮਾਤਮਾ 'ਚ ਲਿਵਲੀਨ ਹੋਣਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਜ਼ਿੰਦਗੀ ਗੋਬਿੰਦ ਨੂੰ ਮਿਲਣ ਲਈ ਹੈ, ਪਰ ਇਹ ਨਹੀਂ ਕਿ ਜ਼ਿੰਦਗੀ ਮੁੱਕ ਜਾਏ ਤੇ ਮੌਤ ਆਏ ਫਿਰ ਗੋਬਿੰਦ ਨੂੰ ਮਿਲਣਾ। ਗੋਬਿੰਦ ਨੂੰ ਮਿਲਣ ਦਾ ਅਰਥ ਹੈ ਕਿ ਗੋਬਿੰਦ ਦੇ ਗੁਣ ਚੇਤੇ ਕਰਦੇ ਆਂ, ਵਾਹਿਗੁਰੂ ਜੀ ਦੀ ਕੀਰਤੀ ਕਰਦੇ ਆਂ, ਉਹ ਵਾਹਿਗੁਰੂ ਜੀ ਦੇ ਗੁਣ ਸਾਡੇ ਜੀਵਨ ਵਿੱਚ ਆ ਜਾਣ, ਔਰ ਦੁਨੀਆ ਆਖਣ ਲਈ ਮਜਬੂਰ ਹੋ ਜਾਏ ਕਿ ਬੰਦਾ ਤੇ ਰੱਬ ਵਰਗਾ ਹੀ ਹੈ, ਇਹ ਬੰਦਾ ਰੱਬ ਵਰਗਾ ਹੀ ਹੈ। ਰੱਬ ਵਰਗਾ ਸੁਭਾਅ ਬਣ ਜਾਣਾ, ਸਾਡੀ ਸੁਰਤ ਦਾ ਪੱਧਰ ਰੱਬ ਵਰਗਾ ਬਣ ਜਾਣਾ, ਅੰਦਰੋਂ ਨਿਰਵੈਰ ਹੋ ਜਾਣਾ, ਅੰਦਰੋਂ ਨਿਰਭਉ ਹੋ ਜਾਣਾ, ਅੰਦਰੋਂ ਪਰਉਪਕਾਰੀ ਹੋ ਜਾਣਾ, ਅੰਦਰ ਸੰਤੋਖ ਚ ਆ ਜਾਣਾ, ਅੰਦਰੋਂ ਨਿਮਰਤਾ ਚ ਆ ਜਾਣਾ, ਅੰਦਰੋਂ ਸਰਬੱਤ ਦੇ ਭਲੇ ਦੀ ਗੱਲ ਕਰਨੀ। ਇਹੀ ਤੇ ਰੱਬ ਵਿੱਚ ਮਿਲਣਾ। ਗਿਆਨ ਨਾ ਹੋਣ ਕਰਕੇ ਮਨੁੱਖ ਸੋਚਦਾ ਕਿ ਸਰੀਰ ਨੂੰ ਕਸ਼ਟ ਦੇਈ ਜੋ ਮਰਨ ਤੋਂ ਬਾਅਦ ਰੱਬ ਨੂੰ ਮਿਲਾਂਗੇ। ਰੱਬ ਤੇ ਕੋਈ ਕਹਿੰਦਾ 7ਵੇਂ ਆਕਾਸ਼ ਚ ਰਹਿੰਦਾ, ਕੋਈ ਕਹਿੰਦਾ ਉੱਪਰ ਆਕਾਸ਼ ਚ ਰਹਿੰਦਾ, ਕੋਈ ਕਹਿੰਦਾ ਦੱਖਣ ਚ ਰਹਿੰਦਾ, ਕੋਈ ਕਹਿੰਦਾ ਪੂਰਬ ਚ ਰਹਿੰਦਾ। ਪਰ ਗੁਰਬਾਣੀ ਕਹਿੰਦੀ ਰੱਬ ਤੁਹਾਡੇ ਹੀ ਅੰਦਰ ਰਹਿੰਦਾ। ਸਭ ਮੈਂ ਜੋਤ, ਜੋਤ ਹੈ ਸੋਈ। ਉਹ ਪ੍ਰਮਾਤਮਾ ਤੁਹਾਡੇ ਹਿਰਦੇ ਵਿੱਚ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਦੇ, ਉਹ ਮਦ ਜਿਉ ਬਾਸ ਬਸਤ ਹੈ, ਮੂਕਰ ਮਾਏ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਾਟ ਹੀ ਖੋਜੋ ਪਾਈ। ਉਹਨੂੰ ਆਪਣੇ ਹਿਰਦੇ ਚੋਂ ਖੋਜੋ, ਉਹਨੂੰ ਬਾਹਰੋਂ ਲੱਭਣ ਦੀ ਲੋੜ ਨਹੀਂ, ਆਪਣੇ ਹਿਰਦੇ ਚੋਂ ਲੱਭ ਲਓਗੇ, ਉਹਦੇ ਸਮਾ ਜਾਓਗੇ, ਰੱਬ ਵਰਗੇ ਬਣ ਜਾਓਗੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੋ ਰਹਿਮਤ ਅੱਜ ਦੇ ਸਮੁਖ ਵਾਕ ਰਹੀ ਸਾਡੇ ਤੇ ਕਰ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਆਂ, ਮਨ ਬਿਰਤੀਆਂ ਨੂੰ ਟਿਕਾਉਣ ਹਿੱਤ
ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਚੌਥਾ ਘਰ ਪੰਜਵਾਂ। ਦੋਪਦੇ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਰੰਗ ਰਾਗ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਇਹ ਪਾਵਨ ਬਚਨ ਜੋ ਪੰਜਵੇਂ ਘਰ ਚ ਸਤਿਗੁਰੂ ਜੀ ਨੇ ਗਾਉਣ ਦੀ ਹਿਦਾਇਤ ਕੀਤੀ ਹੈ। ਦੋ ਪਦਿਆਂ ਵਾਲਾ ਇਹ ਪਵਿੱਤਰ ਮੁਖ ਵਾਕ ਹੈ। ਪੜਤਾਲ ਇਸ ਛੰਦ ਦਾ ਨਾਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 1200 ਤੇ ਇਹ ਸੁਭਾਈਮਾਨ ਹੈ। ਸ਼ਬਦ ਆਰੰਭ ਕਰਦੇ ਹਾਂ। ਸਤਿਗੁਰੂ ਜੀ ਬਚਨ ਬਖਸ਼ਿਸ਼ ਕਰ ਰਹੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਸਦਾ ਕਾਇਮ ਰਹਿਣ ਵਾਲਾ ਪਰਮ ਪਿਤਾ ਵਾਹਿਗੁਰੂ ਜੀ ਕੇਵਲ ਇੱਕ ਹੈ। ਸਰਬ ਜੀਵਾਂ ਚ ਨਿਰੰਤਰ ਰਮਿਆ ਹੋਇਆ। ਉਹ ਗੁਰੂ ਦੀ ਬਖਸ਼ਿਸ਼ ਸਦਕਾ ਮਿਲਦਾ ਹੈ। ਜਪ ਮਨ ਜਗਨਨਾਥ ਜਗਦੀਸ਼ਰੋ ਜਗ ਜੀਵਨੋ ਮਨ ਮੋਹਨ ਸਿਉ ਪ੍ਰੀਤ ਲਾਗੀ। ਮੈਂ ਹਰ 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 ਟੇਕ ਸਭ ਦਿਨ ਸਭ ਰਾਤ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਮਨ ਨੂੰ ਸੰਬੋਧਨ ਕਰਦੇ ਆ। ਦੇਖੋ ਉਤਮ ਪੁਰਖਾਂ ਦੀ ਇਹ ਵਡਿਆਈ ਹੁੰਦੀ ਹੈ। ਉਹ ਗੱਲ ਆਪਣੇ ਮਨ ਨਾਲ ਕਰਦੇ ਨੇ, ਸਮਝਾਉਂਦੇ ਸਾਰੀ ਦੁਨੀਆ ਨੂੰ। ਸਤਿਗੁਰੂ ਜੀ ਕਹਿੰਦੇ ਉਹ ਮਨਾ ਉਹ ਜਿਹੜਾ ਜਗਤ ਦਾ ਮਾਲਕ, ਜਗਨਨਾਥ ਦਾ ਅਰਥ ਹੈ ਜਗਤ ਦਾ ਮਾਲਕ। ਨਾਥ ਮੈਨਾ ਸੁਆਮੀ, ਜਗਨ ਦਾ ਅਰਥ ਹੈ ਜਗਤ ਦਾ ਮਾਲਕ। ਜਗਦੀਸ਼ਰੋ ਜਗਤ ਈਸ਼ਰ ਨੂੰ ਮਿਲਾ ਕੇ ਬਣਿਆ ਜਗਦੀਸ਼ਰ। ਜਿਹੜਾ ਜਗਤ ਦਾ ਈਸ਼ਰ ਹੈ, ਸੁਆਮੀ ਹੈ। ਜਗ ਜੀਵਨੋ ਜਿਹੜਾ ਜਗਤ ਦਾ ਜੀਵਨ ਹੈ, ਜਗਤ ਨੂੰ ਜਿਹੜਾ ਜੀਵਨ ਪ੍ਰਦਾਨ ਕਰਨ ਵਾਲਾ ਹੈ। ਮਨਾ ਉਹ ਪ੍ਰਮਾਤਮਾ ਜਿਹੜਾ ਜਗਤ ਦਾ ਮਾਲਕ ਹੈ, ਜਿਹੜਾ ਜਗਤ ਦਾ ਸੁਆਮੀ ਹੈ, ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਹੈ, ਜਿਸ ਕਰਕੇ ਸਾਡੀ ਜ਼ਿੰਦਗੀ ਚੱਲ ਰਹੀ ਹੈ। ਉਸ ਪ੍ਰਮਾਤਮਾ ਨੂੰ ਜਪਿਆ ਕਰ, ਉਸ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ। ਜੇ ਉਸ ਪ੍ਰਮਾਤਮਾ ਨੂੰ ਚੇਤੇ ਕਰੇਗਾ, ਉਹਦੀ ਇੱਕ ਵਡਿਆਈ ਕਿ ਮਨ ਮੋਹਨ, ਉਹ ਮਨ ਨੂੰ ਮੋਹ ਲੈਣ ਵਾਲਾ ਹੈ। ਜੇ ਤੂੰ ਪ੍ਰਮਾਤਮਾ ਨੂੰ ਚੇਤੇ ਕਰੇਗਾ, ਉਹ ਤੇਰੇ ਮਨ ਨੂੰ ਆਪੇ ਮੋਹ ਲਏਗਾ। ਅਸੀਂ ਕਹਿੰਦੇ ਮਨ ਕਾਬੂ ਨਹੀਂ ਆਉਂਦਾ, ਮਨ ਟਿਕਦਾ ਨਹੀਂ ਹੈ, ਮਨ ਰੱਬ ਵਾਲੇ ਬੰਨੇ ਨਹੀਂ ਲੱਗਦਾ। ਦੇਖੋ ਮਨ ਨੂੰ ਜੇ ਤੇ ਅਸੀਂ ਆਪਣੇ ਜ਼ੋਰ ਨਾਲ ਲਗਾਉਣ ਦਾ ਯਤਨ ਕਰਾਂਗੇ, ਕਦੀ ਵੀ ਨਹੀਂ ਲੱਗੇਗਾ। ਮਨ ਇੰਨਾ ਪ੍ਰਬਲ ਹੈ, ਇਹਨੂੰ ਤੇ ਕਾਬੂ ਕੀਤਾ ਹੀ ਨਹੀਂ ਜਾ ਸਕਦਾ। ਮਨ ਨੂੰ ਬਜਾਏ ਜ਼ੋਰ ਦੇ ਨਾਲ ਕਾਬੂ ਕਰਨ ਦੇ ਸਤਿਗੁਰੂ ਸਾਹਿਬ ਜੀ ਕਹਿੰਦੇ ਪਿਆਰ ਨਾਲ ਉਸ ਪ੍ਰਮਾਤਮਾ ਨੂੰ ਚੇਤੇ ਕਰਿਆ ਕਰੋ। ਜਿਉਂ-ਜਿਉਂ ਤੁਸੀਂ ਪ੍ਰਮਾਤਮਾ ਨੂੰ ਚੇਤੇ ਕਰੋਗੇ, ਉਹ ਮਨ ਨੂੰ ਮੋਹ ਲਏਗਾ, ਤੁਹਾਡੇ ਮਨ ਨੂੰ ਆਪਣੇ ਵੱਲ ਖਿੱਚ ਲਏਗਾ। ਆਪਣੇ ਯਤਨ ਨਾਲ ਤੁਸੀਂ ਪ੍ਰਮਾਤਮਾ ਵਾਲੇ ਬੰਨੇ ਮਨ ਨੂੰ ਨਹੀਂ ਲਾ ਸਕਦੇ। ਮਨ ਨੂੰ ਲਾਉਣ ਦਾ ਤਰੀਕਾ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਦੱਸਿਆ ਕਿ ਮਨ ਪ੍ਰਬੋਧੋ ਹਰ ਕਹਿ ਨਾਏ, ਦਹਿ ਦਿਸ ਧਾਵਤ ਆ ਬੈਠਾਏ। ਤਾਂ ਕੋ ਬਿਗਨ ਨਾ ਲਾਗੈ ਕੋਏ, ਜਾਂ ਕੇ ਹਿਰਦੈ ਬਸੇ ਹਰ ਸੋਏ। ਮਨ ਪ੍ਰਬੋਧ ਦਾ ਅਰਥ ਕਿ ਮਨ ਨੂੰ ਗਿਆਨਵਾਨ ਕਰੋ, ਪ੍ਰਬੋਧਿਤ ਕਰੋ, ਸੁਚੇਤ ਕਰੋ। ਪਰਮਾਤਮਾ ਦੇ ਨਾਮ ਨੂੰ ਚੇਤੇ ਕਰ ਕਰਕੇ ਮਨ ਨੂੰ ਤੁਸੀਂ ਗਿਆਨਵਾਨ ਕਰੋ, ਮਨ ਨੂੰ ਉੱਚੀਆਂ ਉਠਾਓ। ਜਿਉਂ-ਜਿਉਂ ਪਰਮਾਤਮਾ ਦੇ ਨਾਮ ਨੂੰ ਜਪੋਗੇ, ਮਨ ਮੋਹਨ, ਉਹ ਮਨ ਨੂੰ ਮੋਹ ਲੈਣ ਵਾਲਾ ਜਿਹੜਾ ਪਰਮਾਤਮਾ ਹੈ ਨਾ, ਉਹ ਤੁਹਾਡੇ ਮਨ ਨੂੰ ਮੋਹ ਲਏਗਾ। ਤੇ ਸਤਿਗੁਰੂ ਜੀ ਕਹਿੰਦੇ ਮਨਾ ਮੇਰੀ ਪ੍ਰੀਤ ਵੀ ਪ੍ਰਮਾਤਮਾ ਦੇ ਨਾਲ ਇਸ ਤਰ੍ਹਾਂ ਹੀ ਲੱਗੀ। ਮਨ ਮੋਹਨ ਸਿਉ ਪ੍ਰੀਤ ਲਾਗੀ। ਭਾਈ ਮੇਰੀ ਪ੍ਰੀਤ ਉਸ ਪ੍ਰਮਾਤਮਾ ਨਾਲ ਇਵੇਂ ਲੱਗੀ ਹੈ ਕਿ ਉਹਨੇ ਮੇਰੇ ਮਨ ਨੂੰ ਮੋਹ ਲਿਆ। ਮੈਂ ਹਰ 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 ਟੇਕ ਸਭ ਦਿਨਸ ਸਭ ਰਾਤ, ਤੇ ਮੈਨੂੰ ਤੇ ਹਰ ਵੇਲੇ ਹਰ ਰੋਜ਼ ਹਰ ਰਾਤ ਇੱਕ ਪ੍ਰਮਾਤਮਾ ਦੀ ਹੀ ਟੇਕ ਹੈ, ਪ੍ਰਮਾਤਮਾ ਦਾ ਹੀ ਆਸਰਾ ਹੈ, ਹੋਰ ਕਿਸੇ ਦਾ ਆਸਰਾ ਨਹੀਂ। ਸੰਸਾਰ ਵਿੱਚ ਜਿਉਂਦੇ ਰਹਿਣ ਲਈ ਕਿਰਤ ਕਰਨੀ ਹੈ, ਹੋਰ ਦੁਨੀਆ ਦੇ ਕੰਮ ਧੰਦੇ ਮਨੁੱਖ ਨੇ ਕਰਨੇ ਨੇ, ਪਰ ਇਹ ਕੰਮ ਧੰਦੇ ਸਾਡੀ ਜ਼ਿੰਦਗੀ ਦੀ ਟੇਕ ਨਹੀਂ ਹੈ, ਤੇ ਗੁਜ਼ਰਾਨ ਨੇ। ਟੇਕ ਤਾਂ ਵਾਹਿਗੁਰੂ ਜੀ ਦਾ ਨਾਮ ਹੈ, ਤੇ ਸਤਿਗੁਰੂ ਜੀ ਨੇ ਗੁਰਬਾਣੀ 'ਚ ਸਾਨੂੰ ਵਾਰ-ਵਾਰ ਵਾਹਿਗੁਰੂ ਜੀ ਦੀ ਟੇਕ ਲੈਣ ਦੀ ਪ੍ਰੇਰਣਾ ਕੀਤੀ ਹੈ। ਸਤਿਗੁਰੂ ਸਾਹਿਬ ਜੀ ਦੇ ਬਚਨ ਕਰੇ ਮਨ ਓਟ ਲਿਓ ਹਰ ਨਾਮ, ਜਾ ਕੇ ਸਿਮਰਨ ਦੁਰਮਤ ਨਾਸੇ ਪਾਵੇਂ ਪਦ ਨਿਰਵੰਨ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮਨਾ ਉਹ ਟੇਕ ਲੈਣੀ ਤੇ ਪ੍ਰਮਾਤਮਾ ਦੇ ਨਾਮ ਦੀ ਲੈ। परमात्मा दे नाम नू आसरा बनाएगा तो तेरी दुर्मत अपने आप ही मिटनी शुरू हो जाएगी। क्योंकि जिस बन्ने दा आसरा लवांगे मन ओह जे बनता जाएगा। मन दा सुभाव वेल वांगू है। वेल भावें फुल्लां दी होवे, फलां दी होवे, सब्जियां दी होवे, वो वेल नू जिहो जिहा आसरा मिल जाए उन्नी उच्ची उठ जाती है। आपां वेल नाल लगाउने आ ना, वो वेल नू किसी कंध ना लगा दियो, कंध ते चढ़ जाएगी, किसी दरख्त ना लगा दियो, दरख्त ते चढ़ जाएगी। जिस तरह का आसरा मिलेगा ओह जी हो जाएगा। कई बारी असीं लापरवाही करते हैं, वेल नू कोई आसरा नहीं दिंदे, वो फिर जिद्दन ओहदा मूंह हुंदा तुरी फिरदी है। किते नीवें थां चले गई, मींह पिया, पानी इकट्ठा होया, गल सड़ गई। चंगा फल लैण लई असीं वेल नू उच्चा आसरा दिंदे हां, उच्ची उठदी है, वधिया फल लगदा। मन दा सुभाव वेल वर्गा। मन नू जिहो जिहा आसरा देवांगे मन उहो जिहा बन जाएगा। हुण मन नू जे आसरा सी दुनिया दा देवांगे दुनिया वर्गा बन जाएगा। ते दुनिया दी गल जिथों तक है, सतगुरु जी कहंदे ने मैला मलता ए संसार, ये ते दुनिया मैल दे नाल भरी पई है। मैला ब्रह्मा, मैला इंद्र, रब मैला, मैला है चंद, मैला मलता ए संसार। ये सारा संसार मैल नाल भरिया होया। हुण जे असीं मैल नाल भरे होए संसार दी ओट लवांगे ते मैल ही भरेगी अंदर। अंदर साडी निर्मलता कित्थों आएगी? जदों असीं सच तो टुट के दुनिया दा आसरा लैने अंदर मैल भरदी। गुरबाणी दा एक वचन है, संसार रोगी नाम दारू मैल लागै सच बिना। संसार रोगी है, इहदे रोगां दा इक्को इलाज है परमात्मा दा नाम। ये नाम नालों टुट के ज्यों-ज्यों विचरदा है त्यों-त्यों अंदर मैल भरदी जांदी। मैल ही रोगां दा कारण, मैल ही दुखां दा कारण है। ते सतगुरु जी कहंदे संसार मैल नाल भरिया, मन मैल, संसार दा आसरा लेगा मैल नाल भर जाएगा। पर मन जदों परमात्मा दा आसरा लेगा, सतगुरु जी कहंदे जाके सिमरन दुर्मत नासै पावे पद निर्बन। परमात्मा नूं सिमरेगा ते दुर्मत मिटेगी, अंदर निर्मलता आएगी। तू निर्वाण पदवी नूं प्राप्त हो जाएगा। निर्वाण पदवी प्राप्त करने लिए नहीं है कि घर छड्डांगे तां मिलेगी, संसार छड्डांगे तां मिलेगी, दुनियादारी छड्डांगे तां मिलेगी, जंगलां 'च बैठ के मिलेगी, नहीं। निर्वाण पदवी ते मन ने प्राप्त करनी है। मन दे अंदर मैल भरी पई है, मैल उतर जाएगी, मन निर्वाण हो जाएगा, निर्वासना हो जाएगा, उच्चा उठ जाएगा। ते मन दी मैल उतारन दा एक तरीका है। सतगुरु जी कहंदे टेक ही परमात्मा दी ले लो। ओट गोबिंद गोपाल राय सेवा स्वामी लाह, बिखया पो न सकई मिल साधु गुण गाह। सतगुरु जी कहंदे जे ओ गोपाल परमात्मा दी ओट तुसी लै लई ना, ओदी सेवा नूं अपनी जिंदगी दा लाहा बना लिया, जे ओदे गुण गाउण लग पए, फिर बिखया पो न सके। ਇਹ ਦੁਨੀਆ ਦੇ ਵਿਸੇ ਵਿਕਾਰ ਤੁਹਾਨੂੰ ਪੋ ਹੀ ਨਹੀਂ ਸਕਣਗੇ, ਤੁਹਾਡੇ ਤੇ ਪ੍ਰਭਾਵ ਹੀ ਨਹੀਂ ਪਾ ਸਕਣਗੇ, ਤੁਹਾਨੂੰ ਕੋਈ ਆਪਣੇ ਅਧੀਨ ਨਹੀਂ ਕਰ ਸਕਣਗੇ, ਤੁਹਾਡੀ ਮਤ ਨੂੰ ਮੈਲਿਆ ਨਹੀਂ ਕਰ ਸਕਣਗੇ। ਤੇ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਹੋ ਮਨਾ ਤੁਮੀ ਉਸ ਪ੍ਰਮਾਤਮਾ ਨੂੰ ਜਪ ਜੋ ਜਗਨਨਾਥ ਜਗਦੀਸ਼ਰੋ ਜਗ ਜੀਵਨੋ ਮਨ ਮੋਹਨ ਸਿਉ ਪ੍ਰੀਤ ਲਾਗੀ। ਵੀ ਜਿਹੜਾ ਜਗਤ ਦਾ ਮਾਲਕ ਹੈ, ਜਿਹੜਾ ਜਗਤ ਦਾ ਈਸ਼ਵਰ ਹੈ, ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ, ਜਿਹੜਾ ਮਨ ਨੂੰ ਮੋਹ ਲੈਣ ਵਾਲਾ ਹੈ, ਭਾਈ ਮੇਰੀ ਤੇ ਉਹਦੇ ਨਾਲ ਪ੍ਰੀਤ ਲੱਗੀ ਹੈ ਤੇ ਮੈਂ ਹਰ 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 ਟੇਕ ਸਭ ਦਿਨ ਸਭ ਰਾਤ, ਮੈਨੂੰ ਦਿਨ ਰਾਤ ਹਰ ਵੇਲੇ ਉਸ ਪ੍ਰਮਾਤਮਾ ਦਾ ਹੀ ਆਸਰਾ ਹੈ, ਉਸ ਪ੍ਰਮਾਤਮਾ ਦੀ ਹੀ ਟੇਕ ਹੈ। ਰਹਾਉ ਹਰ ਕੀ ਉਪਮਾ ਅਨੇਕ 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 ਗੁਣ ਗਾਵਤ, ਸੁਖ ਨਾਰਦ ਬ੍ਰਹਮਾਦਿਕ ਤਬ ਗੁਣ ਸੁਆਮੀ ਗਨ ਨ ਜਾਤ। ਸਾਹਿਬ ਕਹਿੰਦੇ ਮਨਾ ਪ੍ਰਮਾਤਮਾ ਦੇ ਗੁਣ ਗਾ, ਪਰ ਇਹ ਗੱਲ ਚੇਤ ਰੱਖੀ ਕਿ ਪ੍ਰਮਾਤਮਾ ਦੀ ਉਪਮਾ ਅਨੇਕ ਅਨੇਕ ਹੈ, ਬੇਅੰਤ ਹੈ, ਉਹਦੇ ਕੋਈ ਗੁਣਾਂ ਦਾ ਪਾਰਾਵਾਰ ਨਹੀਂ ਪਾ ਸਕਦਾ। ਸਤਿਗੁਰੂ ਜੀ ਕਹਿੰਦੇ ਸੁਖ ਗਾਵਤ, ਗਾਵਤ ਸੁਖ ਨਾਰਦ ਬ੍ਰਹਮਾਦਿਕ, ਸੁਖਦਰ ਸੁਖਦੇਵ ਮੁਨੀ। बीत चुके समय च सुखदेव मुनि की चर्चा है, होया बड़ा तपस्वी सी। नारद कहंदे ए विष्णु जी दा कीर्तनिया सी, भगवान दा कीर्तनिया कहंदे ने। ब्रह्मा जिन्हें चार वेदां दा कहंदे उच्चारण कीता है, नाव कमल ते ब्रह्मा उपजियो,
ਕਹਿੰਦੇ ਕਮਲ ਦੀ ਨਾਲੀ ਤੋਂ ਪੈਦਾ ਹੋਇਆ। ਇਹ ਬ੍ਰਹਮਾ, ਇਹ ਨਾਰਦ, ਇਹ ਸੁੱਖ, ਹੋਰ ਅਨੇਕਾਂ ਜਿਹੜੇ ਹੋਏ ਨੇ, ਸਤਿਗੁਰੂ ਜੀ ਕਹਿੰਦੇ ਉਹ ਕੋਈ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕੇ, ਪਰਮਾਤਮਾ ਦੇ ਗੁਣਾਂ ਦਾ ਪਾਰਾਵਾਰ ਨਹੀਂ ਪਾ ਸਕੇ। ਪਰਮਾਤਮਾ ਦੇ ਗੁਣ ਬੇਅੰਤ ਨੇ, ਨਾ ਅਜ ਤੱਕ ਉਹ ਪਾ ਸਕਿਆ ਨਾ ਪਾ ਸਕਦਾ ਹੈ। ਤਾਵ ਗੁਣ ਸੁਆਮੀ ਗਣਨ ਨਾ ਜਾਤ। हे ਵਾਹਿਗੁਰੂ ਜੀ, ਤੁਹਾਡੇ ਗੁਣ ਗਿਣੇ ਨਹੀਂ ਜਾ ਸਕਦੇ, ਤੁਹਾਡੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਸੀਂ ਰੋਜ਼ ਸੋਦਰ ਦੀ ਪੌੜੀ ਚ ਪੜ੍ਹਦੇ ਹਾਂ ਕਿ ਉਹ ਪਰਮਾਤਮਾ ਦੇ ਗੁਣ ਕੌਣ ਕੌਣ ਗਾ ਰਿਹਾ ਹੈ। ਗਾਵਨ ਤੁਧਨੋ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ। ਗਾਵਨ ਤੁਨੋ ਚਿਤ ਗੁਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ। ਇੰਦਰਾਸਨ ਤੇ ਬੈਠਾ ਗਾ ਰਿਹਾ ਹੈ, ਜਤੀ ਤਪੀ ਤਪਸਵੀ, ਪਤਾ ਨਹੀਂ ਕਿੰਨੇ ਕੋ ਲੋਕ ਆ ਰਹੇ ਨੇ। ਸਤਿਗੁਰੂ ਜੀ ਕਹਿੰਦੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤ ਨ ਆਵਨ। ਹੋਰ ਕਿੰਨੇ ਕੋ ਲੋਕ ਪਰਮਾਤਮਾ ਜੀ ਤੁਹਾਨੂੰ ਗਾ ਰਹੇ ਨੇ, ਉਹਨਾਂ ਦੀ ਤੇ ਗਿਣਤੀ ਕੋਈ ਨਹੀਂ, ਉਹਨਾਂ ਦਾ ਤਾਂ ਪਾਰਾਵਾਰ ਹੀ ਕੋਈ ਨਹੀਂ। ਪਰਮਾਤਮਾ ਦੇ ਗੁਣਾਂ ਨੂੰ ਬੇਅੰਤ ਲੋਕ ਗਾਉਂਦੇ ਨੇ, ਸਾਰੀ ਧਰਤੀ ਦੇ ਲੋਕ ਗਾਉਂਦੇ ਨੇ, ਪਰ ਪਰਮਾਤਮਾ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਿਆ, ਕੋਈ ਪਰਮਾਤਮਾ ਦੇ ਗੁਣਾਂ ਦੀ ਗਿਣਤੀ ਨਹੀਂ ਕਰ ਸਕਿਆ। ਸਾਹਿਬ ਕਹਿੰਦੇ ਤੂੰ ਹਰ ਬੇਅੰਤ, ਤੂੰ ਹਰ ਬੇਅੰਤ, ਤੂੰ ਹਰ ਸੁਆਮੀ, ਤੂੰ ਆਪੇ ਹੀ ਜਾਣੈ ਆਪਣੀ ਭਾਂਤ। हे ਵਾਹਿਗੁਰੂ ਜੀਓ, ਤੁਸੀਂ ਬੇਅੰਤ। ਬੇਅੰਤ ਦਾ ਅਰਥ ਹੈ ਕਿ ਜਿਹਦਾ ਕੋਈ ਅੰਤ ਹੀ ਨਾ ਹੋਏ, ਜਿਹਦਾ ਕੋਈ ਪਾਰਾਵਾਰ ਨਾ ਹੋਵੇ। ਵਾਹਿਗੁਰੂ ਜੀ, ਬੇਅੰਤ ਲੋਕ ਤੁਹਾਡੇ ਗੁਣ ਗਾ ਰਹੇ ਨੇ, ਪਰ ਕੋਈ ਅੱਜ ਤੱਕ ਤੁਹਾਡੇ ਪੂਰਨ ਤੌਰ ਤੇ ਗੁਣ ਗਾ ਨਹੀਂ ਸਕਿਆ, ਤੁਹਾਡੇ ਗੁਣ ਬਿਆਨ ਨਹੀਂ ਕਰ ਸਕਿਆ ਕਿਸੇ ਵੀ ਪੱਖ ਤੋਂ। ਸੋਦਰ ਦਾ ਪਾਠ ਕਰਦੇ ਹਾਂ ਅਸੀਂ ਰੋਜ਼, ਗੁਰੂ ਕਾ ਇੱਕ ਅੰਮ੍ਰਿਤ ਬਚਨ ਚੇਤੇ ਕਰਦੇ ਹਾਂ। ਸਭ ਸੁਰਤੀ ਮਿਲ ਸੁਰਤ ਕਮਾਈ, ਗਿਆਨੀ ਧਿਆਨੀ ਗੁਰ ਗੁਰ ਹਾਈ। ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਵੱਡੇ ਵੱਡੇ ਗਿਆਨਵਾਨ ਲੋਕ, ਵੱਡੇ ਵੱਡੇ ਧਿਆਨ ਜੋੜਨ ਵਾਲੇ ਲੋਕ, ਵੱਡੇ ਵੱਡੇ ਪੰਡਤ ਲੋਕ, ਜਿਨ੍ਹਾਂ ਨੇ ਯਤਨ ਕੀਤਾ ਕਿ ਪਰਮਾਤਮਾ ਦਾ ਕਿਸੇ ਪੱਖ ਤੋਂ ਅਸੀਂ ਪਾਰਾਵਾਰ ਪਾ ਲਈਏ। ਸਤਿਗੁਰੂ ਜੀ ਕਹਿੰਦੇ ਤੁਹਾਡੀ ਤਿਲ ਜਿੰਨੀ ਕੋ ਵਡਿਆਈ ਬਿਆਨ ਨਹੀਂ ਕਰ ਸਕੇ, ਪਰਮਾਤਮਾ ਦੀ ਤਿਲ ਜਿੰਨੀ ਕੋ ਮਹਿਮਾ ਗਾਇਨ ਨਹੀਂ ਕਰ ਸਕਿਆ। ਪਰਮਾਤਮਾ ਦੀ ਕੀਰਤੀ ਅਸੀਂ ਇਸ ਲਈ ਨਹੀਂ ਗਾਉਣੀ ਕਿ ਅਸੀਂ ਪਰਮਾਤਮਾ ਦਾ ਕੋ ਅੰਤ ਪਾ ਲਵਾਂਗੇ ਜਾਂ ਪਾਰਾਵਾਰ ਪਾ ਲਵਾਂਗੇ, ਨਾ ਕੋ ਪਾ ਸਕਿਆ ਨਾ ਪਾ ਸਕਦਾ। ਪਰਮਾਤਮਾ ਦੀ ਕੀਰਤੀ ਤੇ ਆਪਾਂ ਇਸ ਲਈ ਕਰਨੀ ਹੈ ਕਿ ਪਰਮਾਤਮਾ ਦੀ ਕੀਰਤੀ ਕਰਦੇ ਕਰਦੇ ਅਸੀਂ ਪਰਮਾਤਮਾ ਬਣ ਜਾਈਏ, ਪਰਮਾਤਮਾ ਚ ਲਿਵਲੀਨ ਹੋ ਜਾਈਏ। ਬੇਅੰਤ ਨਦੀਆਂ ਸਮੁੰਦਰ ਚ ਡਿੱਗਦੀਆਂ ਨੇ, ਪਰ ਕੋਈ ਨਦੀ ਸਮੁੰਦਰ ਦਾ ਅੰਤ ਨਹੀਂ ਪਾ ਸਕੀ, ਪਰ ਨਦੀਆਂ ਸਮੁੰਦਰ ਤਾਂ ਬਣੀ ਜਾਂਦੀਆਂ ਨੇ। ਬੇਅੰਤ ਜੀਵ ਪਰਮਾਤਮਾ ਦੇ ਗੁਣ ਗਾਉਂਦੇ, ਕੋਈ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਿਆ ਨਾ ਪਾ ਸਕਦਾ। ਤੇ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦੇ ਗੁਣ ਗਾਉਂਦੇ ਅਸੀਂ ਪਰਮਾਤਮਾ ਤਾਂ ਬਣ ਸਕਦੇ ਹਾਂ। ਜਿਉਂ ਜਿਉਂ ਪਰਮਾਤਮਾ ਦੇ ਗੁਣ ਗਾਵਾਂਗੇ, ਉਹ ਗੁਣ ਸਾਡੇ ਜੀਵਨ ਚ ਆਉਂਦੇ ਜਾਣਗੇ। ਦੇਖੋ ਜੇ ਸਾਡਾ ਇੱਕ ਸੁਭਾਅ ਅਸੀਂ ਔਗਣ ਹੀ ਦੇਖਦੇ ਹਾਂ, ਜਿੰਨੇ ਜ਼ਿਆਦਾ ਔਗਣ ਦੇਖਦੇ ਸਾਡੇ ਔਗਣ ਆਪਣੇ ਵੱਧਦੇ ਚਲੇ ਜਾਂਦੇ ਨੇ। ਪਰਮਾਤਮਾ ਨੇ ਧਰਤੀ ਤੇ ਬਹੁਤ ਕੁਝ ਵਧੀਆ ਬਣਾਇਆ। ਜੇ ਧਰਤੀ ਚੱਲ ਰਹੀ ਤੇ ਉਹ ਵਧੀਆ ਦੇ ਆਸਰੇ ਤੇ ਚੱਲ ਰਹੀ ਹੈ, ਲੇਕਿਨ ਚੰਗਾ ਦੇਖਣਾ ਸਾਡਾ ਸੁਭਾਅ ਨਹੀਂ। ਮਨੁੱਖ ਦੇ ਵਿੱਚ 99 ਗੁਣ ਹੋਣ ਤੇ ਇੱਕ ਉਹਦੇ ਚ ਔਗਣ ਹੋਏ ਨਾ, ਸਾਡੀ ਨਜ਼ਰ ਉਹਦੇ ਔਗਣ ਤੇ ਹੀ ਜਾਂਦੀ ਹੈ, ਗੁਣਾਂ ਵੱਲ ਨਹੀਂ ਜਾਂਦੀ, ਕਿਉਂਕਿ ਸਾਡੇ ਅੰਦਰ ਔਗਣ ਨੇ। ਅਸੀਂ ਔਗਣ ਦੇਖਦੇ ਦੇਖਦੇ ਆਪ ਔਗਣਾਂ ਵਾਲੇ ਬਣ ਜਾਂਦੇ ਹਾਂ। ਤੇ ਗੁਰਬਾਣੀ ਨੇ ਸਾਨੂੰ ਇੱਕ ਗਿਆਨ ਦਿੱਤਾ ਹੈ, ਸਾਂਝ ਕੀਜੈ ਗੁਣਾ ਕੇਰੀ ਛਾੜ ਅਵਗਣ ਚੱਲੀਏ। ਅਸੀਂ ਜਿੱਥੇ ਵੀ ਜਾਣੇ ਗੁਣਾਂ ਦੀ ਸਾਂਝ ਕਰਨੀ, ਔਗਣਾਂ ਨੂੰ ਨਹੀਂ ਦੇਖਣਾ, ਗੁਣਾਂ ਦੀ ਸਾਂਝ ਕਰਨੀ। ਜੇ ਆਪਾਂ ਗੁਣਾਂ ਦੀ ਸਾਂਝ ਕਰਾਂਗੇ ਸਾਡੇ ਗੁਣ ਆਪਣੇ ਆਪ ਹੀ ਵੱਧਦੇ ਚਲੇ ਜਾਣਗੇ। ਸਤਿਗੁਰੂ ਜੀ ਦਾ ਬਚਨ ਜਿੱਥੇ ਜਾਏ ਵੀ ਇਹ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ। ਜਿੱਥੇ ਵੀ ਜਾਈਏ ਨਾ ਆਪਾਂ ਝੋਲ ਕੇ, ਜਿਵੇਂ ਬੀਬੀਆਂ ਮੱਖਣ ਦਹੀਂ ਰਿੜਕਦੀਆਂ ਨੇ, ਉਹ ਚੋਂ ਲੱਸੀ ਚੋਂ ਮੱਖਣ ਨਹੀਂ ਝੋਲ ਕੇ ਕੱਢ ਲੈਂਦੀਆਂ। ਆਪਾਂ ਜਿੱਥੇ ਜਾਈਏ ਉਥੋਂ ਗੁਣ ਗ੍ਰਹਿਣ ਕਰ ਲਈਏ। ਹਰ ਮਨੁੱਖ ਦੇ ਅੰਦਰ ਗੁਣ ਨੇ, ਕੋਈ ਮਨੁੱਖ ਗੁਣਾਂ ਤੋਂ ਹੀਣਾ ਨਹੀਂ, ਪਰ ਇਹ ਤੇ ਸਾਡੀ ਬਿਰਤੀ ਤੇ ਨਿਰਭਰ ਕਰਦਾ ਕਿ ਅਸੀਂ ਗੁਣ ਦੇਖਣੇ ਕਿ ਔਗਣ ਦੇਖਣੇ ਨੇ। ਜਿਉਂ ਜਿਉਂ ਅਸੀਂ ਗੁਣ ਦੇਖਾਂਗੇ, ਕਿਸੇ ਦੇ ਗੁਣਾਂ ਦੀ ਤਾਰੀਫ ਕਰਾਂਗੇ, ਉਹ ਗੁਣ ਸਾਡੇ ਚ ਆਉਂਦੇ ਜਾਣਗੇ। ਸਾਡਾ ਇੱਕ ਸੁਭਾਅ ਹੈ ਕਿ ਵਿਰੋਧੀ ਦੇ ਵਿੱਚ
ਜਿੰਨੇ ਮਰਜ਼ੀ ਗੁਣ ਹੋਣ, ਆਪਾਂ ਦੇਖਦੇ ਹਾਂ ਆਲੇ ਦੁਆਲੇ ਅੱਜ ਦੀ ਜੋ ਰਾਜਨੀਤੀ ਵੀ ਹੈ ਜਾਂ ਸਮਾਜ ਦਾ ਅੰਦਰ ਇੱਕ ਜੋ ਸੁਭਾਅ ਚੱਲ ਰਿਹਾ ਕਿ ਵਿਰੋਧੀ 100 ਚੰਗੇ ਕੰਮ ਕਰ ਦੇਵੇ ਨਾ, ਲੇਕਿਨ ਇੱਕ ਬਹਾਨਾ ਲੱਭਦੇ ਕਿ ਉਹਨੂੰ ਆਪਾਂ ਨੀਵੇਂ ਕਿਵੇਂ ਕਰਨਾ, ਉਹਨੂੰ ਆਪਾਂ ਭੰਡਣਾ ਕਿਵੇਂ, ਉਹਦੀ ਆਪਾਂ ਬੁਰਾਈ ਕਿਵੇਂ ਕਰਨੀ, ਲੱਭਦੇ ਰਹਿੰਦੇ ਆਪਾਂ ਕੋਈ ਨਾ ਕੋਈ ਦੀ ਊਣਤਾ ਹੀ। ਔਰ ਖਾਸ ਕਰਕੇ ਰਾਜਨੀਤੀ ਦੀ ਦੁਨੀਆ 'ਚ ਤਾਂ ਹੈ ਹੀ ਇਹੀ ਹੈ, ਸੱਚ ਨੂੰ ਝੂਠ ਬਣਾ ਕੇ ਪੇਸ਼ ਕਰਨਾ, ਇਹਨੂੰ ਅੱਜ ਕੱਲ ਦੇ ਲੋਕਾਂ ਨੇ ਰਾਜਨੀਤੀ ਬਣਾਇਆ ਹੋਇਆ। ਦਰਅਸਲ ਰਾਜਨੀਤੀ ਨਹੀਂ, ਰਾਜਨੀਤੀ ਦਾ ਅਰਥ ਹੈ ਰਾਜ ਨੂੰ ਚਲਾਉਣ ਦੀ ਨੀਤੀ। ਸੱਚ ਨੂੰ ਝੂਠ ਬਣਾਉਣਾ ਇਹ ਕੋਈ ਰਾਜਨੀਤੀ ਨਹੀਂ ਹੈ, ਸੱਚ ਨੂੰ ਝੂਠ ਬਣਾਉਣਾ ਇਹ ਕੋਈ ਰਾਜਨੀਤੀ ਨਹੀਂ ਹੈ, ਲੇਕਿਨ ਅੱਜ ਕੱਲ ਇਹਨੂੰ ਹੀ ਰਾਜਨੀਤੀ ਗਿਣਿਆ ਜਾਂਦਾ ਕਿ ਬੜਾ ਤਗੜਾ ਰਾਜਨੀਤਿਕ ਹੈ। ਇੱਥੇ ਆ ਕੇ ਭੁੱਲ ਗਏ ਅਸੀਂ ਰਾਜਨੀਤੀ ਦਾ ਅਰਥ ਰਾਜ ਨੂੰ ਚਲਾਉਣ ਦੀ ਨੀਤੀ। ਲੇਕਿਨ ਅੱਜ ਦਾ ਇੱਕ ਸੁਭਾਅ ਹੈ ਕਿ ਵਿਰੋਧੀ ਦੇ ਗੁਣ ਵੀ ਹੋਣ ਪਰ ਉਹਨੂੰ ਆਪਾਂ ਬਦਨਾਮ ਕਰਨਾ, ਉਹਨੂੰ ਨੀਵੀਆਂ ਕਰਨਾ, ਤੇ ਆਪਣਾ ਬੰਦਾ ਰੱਜ ਕੇ ਨਿਕੰਮਾ ਹੋਏ, ਬੁਰਾਈਆਂ ਹੋਣ, ਉਹਨੂੰ ਅਸੀਂ ਹੀਰੋ ਬਣਾਉਣਾ। ਉਹਦੇ ਪ੍ਰਤੀ ਅਸੀਂ ਉਹਦੇ ਝੂਠ ਨੂੰ ਵੀ ਸੱਚ ਬਣਾਉਣ ਦੇ ਲਈ ਸਾਰਾ ਜ਼ੋਰ ਲਗਾ ਦਿੰਦੇ ਹਾਂ। ਇੱਕ ਸੁਭਾਅ ਬਣ ਗਿਆ ਸਾਡਾ। ਇਹੀ ਕਾਰਨ ਹੈ ਔਗਣ ਹੀ ਵੱਧਦੇ ਚਲੇ ਜਾ ਰਹੇ ਨੇ। ਮਨੁੱਖ ਦੇ ਕੋਲ ਅੱਜ ਦੇ ਮੌਕੇ ਤੇ ਪਦਾਰਥਾਂ ਦੀ ਕਮੀ ਨਹੀਂ ਹੈ, ਕੋਈ ਸੁੱਖ ਸਹੂਲਤਾਂ ਦੀ ਕਮੀ ਨਹੀਂ ਹੈ, ਕੋਈ ਨਾ ਕੋਈ ਖਾਣ ਪੀਣ ਦੀ ਕਮੀ ਹੈ, ਪਰ ਮਨੁੱਖ ਸੁਖੀ ਕਿਉਂ ਨਹੀਂ ਹੈ? ਮਨੁੱਖ ਇੰਨਾ ਬੇਚੈਨ ਕਿਉਂ ਹੈ? ਅੱਜ ਦਾ ਮਨੁੱਖ ਡਰਿਆ ਕਿਉਂ ਹੈ? ਆਪਾਂ ਜਿੱਧਰ ਦੇਖ ਲਓ ਮੌਤ ਸਿਰ ਤੇ ਮੰਡਰਾ ਰਹੀ ਹੈ। ਉਹਦਾ ਕਾਰਨ ਹੈ ਕਿ ਮਨੁੱਖ ਦੀ ਸਾਂਝੀ ਔਗਣਾਂ ਦੇ ਨਾਲ ਮਨੁੱਖ ਅੰਦਰੋਂ ਥੋਥਾ ਹੋ ਗਿਆ। ਭਾਵੇਂ ਮਨੁੱਖ ਨੇ ਘਰ ਵੱਡੇ ਵੱਡੇ ਬਣਾ ਲਏ ਨੇ ਪਰ ਦਿਲ ਬੜਾ ਛੋਟਾ ਹੈ ਮਨੁੱਖ ਦਾ। ਭਾਵੇਂ ਮਨੁੱਖ ਨੇ ਬਿਲਡਿੰਗਾਂ ਬਹੁਤ ਉੱਚੀਆਂ ਬਣਾ ਲਈਆਂ ਪਰ ਮਨੁੱਖ ਦੇ ਇਰਾਦੇ ਬੜੇ ਨੀਵੇਂ ਜਿਹੇ ਨੇ, ਨੀਵੇਂ ਜਿਹੇ। ਸੜਕਾਂ ਬੜੀਆਂ ਖੁੱਲੀਆਂ ਨੇ ਪਰ ਮਨੁੱਖ ਦੀਆਂ ਨੀਤਾਂ ਬੜੀਆਂ ਸੌੜੀਆਂ ਜਿਹੀਆਂ ਹੋ ਗਈਆਂ ਨੇ। ਜੇਬਾਂ ਬੈਂਕਾਂ ਭਾਵੇਂ ਰੁਪਈਆਂ ਨਾਲ ਭਰ ਗਈਆਂ ਪਰ ਅੰਦਰੋਂ ਖਾਲੀ ਹੈ ਬੰਦਾ, ਅੰਦਰੋਂ ਦੇ ਪਿਆਰ ਨਹੀਂ, ਅੰਦਰੋਂ ਦੇ ਕੋਈ ਦਇਆ ਹੀ ਨਹੀਂ। ਇਹੀ ਕਾਰਨ ਹੈ ਮਨੁੱਖ ਦੇ ਦੁੱਖਾਂ ਦਾ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜੇ ਆਪਾਂ ਜ਼ਿੰਦਗੀ ਅੰਦਰ ਸੁਖੀ ਹੋਣਾ ਫਿਰ ਆਪਾਂ ਗੁਣ ਦੇਖੀਏ। ਜਿੰਨਾ ਕਿਸੇ ਦੇ ਗੁਣ ਦੇਖ ਕੇ ਗੁਣਾਂ ਦੀ ਤਾਰੀਫ ਕਰਾਂਗੇ, ਇਹ ਗੁਣ ਪਰਮਾਤਮਾ ਦੇ ਨੇ। ਗੁਣਾਂ ਦੀ ਤਾਰੀਫ ਪਰਮਾਤਮਾ ਦੀ ਤਾਰੀਫ ਹੈ। ਜਿਉਂ-ਜਿਉਂ ਆਪਾਂ ਗੁਣਾਂ ਦੀ ਤਾਰੀਫ ਕਰਾਂਗੇ ਨਾ, ਉਹ ਗੁਣ ਸਾਡੇ 'ਚ ਆਉਂਦੇ ਜਾਣਗੇ, ਅਸੀਂ ਗੁਣਵਾਨ ਬਣਦੇ ਜਾਵਾਂਗੇ। ਜਿਉਂ-ਜਿਉਂ ਗੁਣਵਾਨ ਬਣਦੇ ਜਾਵਾਂਗੇ ਅਸੀਂ ਸੁਖੀ ਹੁੰਦੇ ਚਲੇ ਜਾਵਾਂਗੇ। ਦੁੱਖਾਂ ਦਾ ਕਾਰਨ ਕੀ ਹੈ? ਸਤਿਗੁਰੂ ਜੀ ਕਹਿੰਦੇ ਦੁੱਖਾਂ ਦਾ ਕਾਰਨ ਇਹ ਹੈ ਕਿ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਹੁਣ ਕਿਸੇ ਮਨੁੱਖ ਦੇ ਗਲ 'ਚ ਜੰਜੀਰਾਂ ਪਈਆਂ ਹੋਣ, ਉਹਨੂੰ ਕਹੋ ਜੀ ਤੈਨੂੰ ਤਖਤ ਤੇ ਬਿਠਾਤਾ, ਜੰਜੀਰਾਂ 'ਚ ਬੰਨ ਕੇ ਤਖਤ ਤੇ ਬਿਠਾ ਦੋ, ਸੁਖੀ ਹੋ ਜਾਏਗਾ ਕੋਈ? ਕਿਸੇ ਮਨੁੱਖ ਨੂੰ ਜੰਜੀਰਾਂ 'ਚ ਜਕੜਿਆ ਤੇ ਤੁਸੀਂ ਉਹਦੇ ਅੱਗੇ ਪਕਵਾਨ ਤਰ੍ਹਾਂ ਤਰ੍ਹਾਂ ਦੇ ਰੱਖ ਦੋ, ਨੂੰ ਕੋਈ ਸਵਾਦ ਲੱਗਣਗੇ ਜੰਜੀਰਾਂ 'ਚ ਬੱਧੇ ਹੋਏ ਬੰਦੇ ਨੂੰ? ਮਨੁੱਖ ਤਾਂ ਜੰਜੀਰਾਂ 'ਚ ਜਕੜਿਆ ਹੋਇਆ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕੱਟੀਆਂ ਨਸੇ ਭਾਈ ਸੇਵੀ। ਇਹ ਔਗਣਾਂ ਦੀਆਂ ਜੰਜੀਰਾਂ ਪਈਆਂ ਹੋਈਆਂ ਨੇ ਮਨੁੱਖ ਦੇ ਗਲ 'ਚ, ਤੇ ਇਹਨਾਂ ਔਗਣਾਂ ਦੀਆਂ ਜੰਜੀਰਾਂ ਨੂੰ ਕੱਟਣ ਦਾ ਇੱਕੋ ਇੱਕ ਤਰੀਕਾ ਹੈ ਗੁਣ। ਆਪਾਂ ਗੁਣ ਦੇਖੀਏ, ਗੁਣ ਗਾਈਏ, ਗੁਣ ਸੁਣੀਏ, ਗੁਣਾਂ ਦੀ ਗੱਲ ਕਰੀਏ। ਜਿਉਂ ਜਿਉਂ ਗੁਣਾਂ ਦੀ ਗੱਲ ਕਰਾਂਗੇ ਔਗਣ ਆਪਣੇ ਆਪ ਹੀ ਟੁੱਟਦੇ ਚਲੇ ਜਾਣਗੇ, ਜੰਜੀਰਾਂ ਟੁੱਟਦੀਆਂ ਚਲੀਆਂ ਜਾਣਗੀਆਂ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਉਹ ਪ੍ਰਮਾਤਮਾ ਦੇ ਗੁਣ ਇਸ ਕਰਕੇ ਗਾਉਣੇ ਨੇ ਕਿ ਉਹ ਗੁਣ ਸਾਡੇ 'ਚ ਵੀ ਆ ਜਾਣ, ਅਸੀਂ ਗੁਣਵਾਨ ਬਣ ਜਾਈਏ। ਪਰ ਜਿੱਥੋਂ ਤੱਕ ਪ੍ਰਮਾਤਮਾ ਦੀ ਗੱਲ ਹੈ, ਸਾਹਿਬ ਕਹਿੰਦੇ ਤੂੰ ਹਰ ਬੇਅੰਤ, ਤੂੰ ਹਰ ਬੇਅੰਤ, ਤੂੰ ਹਰ ਸੁਆਮੀ, ਤੂੰ ਆਪੇ ਹੀ ਜਾਣੇ ਆਪਣੀ ਭਾਂਤ। ਵਾਹਿਗੁਰੂ ਜੀ ਤੁਸੀਂ ਬੇਅੰਤ ਹੋ, ਤੁਸੀਂ ਸਾਡੇ ਮਾਲਕ ਹੋ, ਸੁਆਮੀ ਹੋ। ਤੁਸੀਂ ਆਪਣੀ ਗਤਮਿਤ ਨੂੰ ਤੁਸੀਂ ਆਪ ਜਾਣਦੇ। ਪ੍ਰਮਾਤਮਾ ਕਿੰਨਾ ਕੁ ਵੱਡਾ ਹੈ ਤੇ ਪ੍ਰਮਾਤਮਾ ਆਪ ਹੀ ਜਾਣਦਾ। ਹੁਣ ਪ੍ਰਮਾਤਮਾ ਨੂੰ ਤੇ ਉਹੀ ਜਾਣ ਸਕਦਾ ਜੇ ਪ੍ਰਮਾਤਮਾ ਵਰਗਾ ਕੋ ਹੋਏ। ਸਤਿਗੁਰੂ ਜੀ ਦਾ ਬਚਨ ਹੈ ਕਿ ਸੁਣ ਵੱਡਾ ਆਖੇ ਸਭ ਕੋਏ, ਪਰ ਕੇਵਡ ਵੱਡਾ ਡੀਠਾ ਹੋਏ। ਅਸੀਂ ਸਾਰੇ ਕਹਿੰਦੇ ਪ੍ਰਮਾਤਮਾ ਵੱਡਾ ਹੈ, ਪਰ ਕਿੱਡਾ ਕੁ ਵੱਡਾ ਹੈ ਤੇ ਉਹਨੂੰ ਦੇਖਾਂਗੇ ਤੇ ਪਤਾ ਲੱਗੇਗਾ ਨਾ। ਹੁਣ ਜੇ ਦੇਖਿਆ ਹੀ ਨਹੀਂ ਕਹੀ ਜਾਈਏ ਪ੍ਰਮਾਤਮਾ ਵੱਡਾ ਹੈ ਤੇ ਕਹਿਣ ਨਾਲ ਤਾਂ ਨਾ ਗੱਲ ਬਣਨੀ। ਪਰਮਾਤਮਾ ਜਿੰਨਾ ਵੱਡਾ ਹੈ ਉਹ ਪ੍ਰਮਾਤਮਾ ਆਪ ਜਾਣਦਾ ਕਿੰਨਾ ਵੱਡਾ ਹੈ। ਕੋਈ ਮਨੁੱਖ ਅਜੇ ਤੱਕ ਪ੍ਰਮਾਤਮਾ ਦੇ ਗੁਣਾਂ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਿਆ। ਤੇ ਸਤਿਗੁਰੂ ਜੀ ਕਹਿੰਦੇ ਮਨੋ ਤੂੰ ਪ੍ਰਮਾਤਮਾ ਦੇ ਗੁਣ ਗਾਇਆ ਕਰ। ਜਿਹੜੇ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਹਰ ਕੈ ਨਿਕਟ ਨਿਕਟ, ਹਰ ਨਿਕਟ ਹੀ ਬਸਤੇ।
ਤੇ ਹਰ ਕੇ ਜਨ ਸਾਧੂ ਹਰ ਭਗਾਤ। ਜਿਹੜੇ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਉਹ ਤੇ ਪ੍ਰਮਾਤਮਾ ਦੇ ਨੇੜੇ ਹੀ ਰਹਿੰਦੇ ਨੇ। ਪ੍ਰਮਾਤਮਾ ਉਹਨਾਂ ਤੋਂ ਦੂਰ ਨਹੀਂ, ਉਹ ਕਦੀ ਪ੍ਰਮਾਤਮਾ ਨੂੰ ਦੂਰ ਦੇਖਦੇ ਹੀ ਨਹੀਂ। परमात्मा ते सर्व व्यापक है, परमात्मा को दूर नहीं है। घट घट में हर जू बसै संतन कयो पुकार। परमात्मा हर हृदय च बैठा हुआ है। ये जग सच्चे की है कोठड़ी, सच्चे का विच वास। परमात्मा दे सारे जगत विच वसिया होया। ये जगत ही परमात्मा दा घर है। जगत नूं बना के परमात्मा जगत विच आसन जमा के बैठ गया। कर आसन डिठो चाओ। सतगुरु जी कहते जेड़े परमात्मा दे प्यारे ने वो हर के निकट निकट हर निकट ही बसते। वो ते हर वेले परमात्मा दे कोल रहिंदे ने। हर वेले उन्हां दा निवास परमात्मा दे नाल रहिंदा है। जन साधु ते हर के जन साधु हर भगात। वो परमात्मा दे साधु ने जेड़े हर वेले परमात्मा दे नेड़े रहिंदे ने, जेड़े हर वेले परमात्मा च लिवलीन रहिंदे ने। उन्होंने परमात्मा दे भगत किया जाता है। ते सतगुरु साहब जी कहते भगत की पहचान की है कि भगत जिहड़ा हमेशा ही परमात्मा दे विच लिवलीन रहिंदा है, परमात्मा नाल जुड़िया रहिंदा है। साधु भगत संत ब्रह्म ज्ञानी एक अवस्था है जिथे पहुंच के परमात्मा च ओत-पोत हो जाता है। जिथे सतगुरु जी ने गल कही है कि ब्रह्म ज्ञानी आप परमेश्वर, ब्रह्म ज्ञानी आप परमेश्वर दा रूप बन जाता है। भगत साधु जां गुरमुख ये किसी भेख नूं नहीं किया सतगुरु जी ने कि कपड़े पा लो ते साधु बन गया, कपड़े पा लो ते भगत बन गया। जिवें असीं समाजिक तौर ते ही कोई देखदे, कपड़ियां नूं देख के सोचदे बड़ा वड्डा कोई संत होएगा, बड़ा वड्डा कोई भगत होएगा। ठीक है, किसी थां ते कपड़े भी पहचान ने, पर जरूरी नहीं कि कपड़ियां दे अंदर साधु ही होण जां कपड़ियां वाले भगत ही होण। भगत दी सतगुरु जी ने डेफिनेशन दसी है गुरबाणी च। मत होंदी होए इयाना, तान होंदे होए निताना, अण होंदे आप वंडाए, को ऐसा भगत सदाए। रब दे प्यार जदों को प्रमाणी लिवलीन हो जांदा है ना, और मत होंदी होए इयाना, वो सब कुछ हुंदियां होया बड़ा निर्माण बन के विचरदा। देखो परमात्मा दी महानता, परमात्मा ने सारे जगत नूं बनाया है। कितनी सुंदर धरती बनाई है, कितना कोई धरती ते वधिया बनाया है। पर परमात्मा ने किते कहा कि मैं बनाया, किते परमात्मा ने को अपना शिलालेख लाया होए, पत्थर लाया होए, बंदा है किते माड़ी जी सेवा कर ले कि ना मेरा ना ही लिख दे उत्ते। आ देखदे गुरुद्वारियां च ना लिखे, पत्थरां ते ना लिखे। दूर ना जाओ मड़ियां च जाओ, उत्थे भी ना लिख दिते लोगां ने, उत्थे भी ना लिख दिते कि फलाने बंदे ने निष्काम। ये कोई निष्काम थोड़ी रह गई जिथे नाम लिखता। नाम लिखता तो कोई निष्काम नहीं, फोटो लगी तो कोई निष्काम नहीं। ਉਹਦੇ ਤੇ ਕਾਮਨਾ ਭਰੀ ਪਈ कि दुनिया मैनू देखे, दुनिया मेरा नाम चेते करे। वो तो सगों ज्यादा दूजी तो अगे वध गया। लेकिन परमात्मा ने एडा वड्डा जगत बनाया, किते को अपना नाम लिखिया होया, किसी फुल ते लिखिया होए, किसी पहाड़ ते लिखिया होए, किसी बंदे ते लिखिया होए। परमात्मा दे जगत नूं बना के लुक के बैठ गया, वो सारियां च समा के बैठ गया। ते गुरबाणी कहंदी कि रब्बी प्यारियां दा एक सुभाव है कि वो सब कुछ हुंदियां होया ना बड़े न्याणे जे बन के, मत होंदी होए इयाना, ताण होंदे होए निताना। वो बल हुंदियां होया भी बड़े निताणे जे बन के विचरदे ने, निर्माण बन के विचरदे ने। अणहोंदा आप वंडाए, उन्हां दे अंदर परोपकार दे एक उमाह रहिंदा, हमेशा परोपकार लई उतावले रहिंदे ने। जो कुछ नहीं ना उन्हों भी वंडण लई उतावले रहिंदे ने। यह है भगतां दी पहचान। वैसे साडे आले दुआले बड़े लोग ने जिन्हां नूं भगत कहने, जिन्हां नूं संत कहने आ। संत ते रब दा प्यारा किते एक थां ते बैठ जाए ते धरती जिहड़ी ओ भागां वाली बन जांदी है। साहिब जी कहंदे जिहड़े रब दे प्यारे ने ओ ते हर वेले ही रब दे नेड़े रहिंदे ने, रब विच लिवलीन रहिंदे ने। ते उन्हां नूं साधु किया जांदा, उन्हां नूं भगत किया जांदा। ते हर के जन साधु हर भगात, ते हर के जन हर स्यों रल मिले, जैसे जन नानक सललै सलल मिलात। धन गुरु रामदास जी महाराज कहंदे कि जेड़े वाहिगुरु जी दे जन ने वो ते वाहिगुरु जी विच समा गए, वाहिगुरु जी विच लिवलीन हो गए। शरीर त्यागण तो बाद नहीं, वो शरीर च रहिंदे आ। सतगुरु जी दे बचन ने
कि जिन सेविया मेरा हर जी ते हर हर रूप समासी। जिन्हां ने उस वाहिगुरु जी का सिमरन किया वाहिगुरु जी विच समा जाते हैं। वाहिगुरु जी विच समाउण दा अर्थ कि वाहिगुरु जी वर्गे बन जाते हैं। उन्हां दा सुभाव वाहिगुरु जी वर्गा बन जाता है। उन्हां दे विहार नूं उन्हां दे बोल चाल नूं देख के दुनिया कहती है ते रब दा रूप ही ने बंदे। बहुत सारे इहो जिहे मिलते ने जिंदगी च लोग जिन्हां दे परथाए सी कहंदे ते रब दा रूप ने। बस सतगुरु जी कहंदे ने कि जेड़े रब दे प्यारे ने रब विच समा जांदे ने। जिन हर जपिया से हर होए हर मिलिया केल के लाली। जिन्हां ने वाहिगुरु जी दा सिमरन कीता वाहिगुरु जी विच समा गए। ओ वाहिगुरु जी वर्गे बन गए। ओ वाहिगुरु जी उन्हां नूं मिल पे ते सतगुरु साहिब जी कहंदे ते हर के जन हर स्यों रल मिले। ਜਿਹੜੇ ਰੱਬ ਦੇ ਪਿਆਰੇ ਨੇ ਉਹ ਰੱਬ ਵਿੱਚ ਸਮਾ ਜਾਂਦੇ ਨੇ, ਰੱਬ ਵਿੱਚ ਲਿਵਲੀਨ ਹੋ ਜਾਂਦੇ ਨੇ। ਜੈਸੇ ਜਨ ਨਾਨਕ ਸਲਲ ਸਲਲ ਮਿਲਾਤ। ਸਲਲ ਕਹਿੰਦੇ ਨੇ ਪਾਣੀ ਨੂੰ, ਜਿਵੇਂ ਪਾਣੀ ਪਾਣੀ ਵਿੱਚ ਸਮਾ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਅਜਿਹੇ ਪੁਰਖ ਦੀ ਗੱਲ ਕਰਦਿਆਂ ਕਥਾ ਦੇ ਬੜੇ ਪਿਆਰੇ ਬਚਨ ਕਹੇ ਨੇ, ਜਿੱਥੇ ਸਤਿਗੁਰੂ ਜੀ ਕਹਿੰਦੇ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ। ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋ ਗਈ, ਰਹਿਮਤ ਹੋ ਗਈ, ਉਹਨੂੰ ਜਿਉਣ ਦੀ ਜੁਗਤ ਆ ਗਈ, ਕਲਾ ਆ ਗਈ, ਜਿਉਣ ਦਾ ਢੰਗ ਆ ਗਿਆ। ਦੇਖੋ ਜ਼ਿੰਦਗੀ ਕਿੰਨੀ ਮਹਾਨ ਹੈ। ਅਸੀਂ ਕਾਰ ਲੈ ਲਈਏ ਨਾ, ਕਾਰ ਤੇ ਆਪਾਂ ਕਹਿੰਦੇ ਪਹਿਲਾਂ ਚਲਾਉਣ ਦੀ ਜਾਚ ਤਾਂ ਸਿੱਖ ਲਓ। ਜੇ ਚਲਾਉਣ ਦੀ ਜਾਚ ਨਹੀਂ ਹੋਏਗੀ ਤੇ ਕਾਰ ਦਾ ਸੁੱਖ ਕੀ ਹੈ ਭਾਈ। ਜੇ ਅਸੀਂ ਚਲਾਉਣ ਦੀ ਜਾਚ ਤੋਂ ਬਿਨਾਂ ਉਹਨੂੰ ਚਲਾਉਣ ਲੱਗੇ ਤੇ ਆਪਾਂ ਐਕਸੀਡੈਂਟ ਕਰ ਸਕਦੇ ਹਾਂ। ਦੁਰਘਟਨਾਵਾਂ ਕਦੋਂ ਹੁੰਦੀਆਂ? ਜਦੋਂ ਚਲਾਉਣ ਦੀ ਜਾਚ ਨਹੀਂ ਹੁੰਦੀ। ਸਾਨੂੰ ਲਾਪਰਵਾਹੀ ਚ ਆਪਾਂ ਚਲਾਉਂਦੇ ਹਾਂ। ਇੱਕ ਕਾਰ ਲੈਣੀ ਹੈ, ਕੋਈ ਮਸ਼ੀਨ ਲੈਣੀ, ਆਪਾਂ ਕਹਿੰਦੇ ਇਹਨੂੰ ਪਹਿਲਾਂ ਚਲਾਉਣ ਦੀ ਜਾਚ ਸਿੱਖ ਲਓ, ਇਹਨੂੰ ਸੰਭਾਲਣਾ ਕਿਵੇਂ ਪਹਿਲਾਂ ਜਾਚ ਸਿੱਖ ਲਓ। ਇੰਨੀ ਮਹਾਨ ਜ਼ਿੰਦਗੀ ਹੈ ਪਰ ਮਨੁੱਖ ਨੇ ਕਦੀ ਜਿਉਣ ਦੀ ਜਾਚ ਹੀ ਨਹੀਂ ਸਿੱਖੀ। ਆਪਾਂ ਕਹਿੰਦੇ ਪੈਸੇ ਕਮਾਉਣ ਦੀ ਜਾਚ ਸਿੱਖ ਲਓ, ਕੋਈ ਦੁਨਿਆਵੀ ਚੀਜ਼ ਲੈਣੀ ਉਹਦੇ ਲਈ ਜਾਚ ਸਿੱਖ ਲਓ। ਪਰ ਗੁਰਬਾਣੀ ਕਹਿੰਦੀ ਬੰਦਿਆ ਜੇ ਜ਼ਿੰਦਗੀ ਅੰਦਰ ਸੁਖੀ ਹੋਣੇ ਤੇ ਜਿਉਣ ਦੀ ਜਾਚ ਸਿੱਖ ਲੈ। ਪਰਮਾਤਮਾ ਨੇ ਜ਼ਿੰਦਗੀ ਸੁੱਖਾਂ ਲਈ ਦਿੱਤੀ ਹੈ, ਕੋਈ ਦੁੱਖ ਪਰਮਾਤਮਾ ਨੇ ਨਹੀਂ ਬਣਾਇਆ। ਇਹ ਧਰਤੀ ਸੁੱਖਾਂ ਲਈ ਹੈ, ਮਨੁੱਖ ਦੇ ਸੁੱਖਾਂ ਲਈ ਤੇ ਬਹੁਤ ਕੁਝ ਬਣਾਇਆ ਹੈ। ਫਿਰ ਮਨੁੱਖ ਦੁਖੀ ਕਿਉਂ ਹੈ? ਸਤਿਗੁਰੂ ਜੀ ਕਹਿੰਦੇ ਕਿ ਕਾਰਨ ਕਿ ਇਹਨੂੰ ਜਿਉਣਾ ਹੀ ਨਹੀਂ ਆਉਂਦਾ, ਇਹਨੂੰ ਜਿਉਣਾ ਨਹੀਂ ਆਇਆ, ਜਾਚ ਨਹੀਂ ਇਹਨੂੰ ਜਿਉਣ ਦੀ। ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਏ। ਇਹ ਮਨੁੱਖ ਜੇ ਮੋਹ ਮਾਇਆ ਮਮਤਾ ਚ ਅੰਦਰੋਂ ਮਰ ਰਿਹਾ ਹੈ ਤੇ ਇਹਨੂੰ ਜਿਉਣ ਦੀ ਜਾਚ ਨਹੀਂ ਹੈ। ਜਿਉਣ ਦੀ ਜਾਚ ਜਦੋਂ ਆ ਜਾਏਗੀ, ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਜਿਸ ਮਨੁੱਖ ਤੇ ਗੁਰੂ ਦੀ ਮਿਹਰ ਹੋ ਜਾਏ ਉਹਨੂੰ ਜਿਉਣ ਦੀ ਜੁਗਤ ਆ ਜਾਂਦੀ ਹੈ, ਤਰੀਕਾ ਆ ਜਾਂਦਾ ਤੇ ਉਹ ਫਿਰ ਰੱਬ ਚ ਇਵੇਂ ਲਿਵਲੀਨ ਰਹਿੰਦਾ ਹੈ। ਜਿਵੇਂ ਸਤਿਗੁਰੂ ਜੀ ਕਹਿੰਦੇ ਸਲਲ ਸਲਲ ਮਿਲਾਤ, ਜਿਵੇਂ ਪਾਣੀ ਪਾਣੀ ਚ ਮਿਲ ਜਾਂਦਾ। ਹੁਣ ਬੰਦਾ ਤੇ ਰੱਬ ਨੂੰ ਮਿਲਣ ਲਈ ਜ਼ੋਰ ਹੀ ਬੜਾ ਲਾ ਰਿਹਾ। ਦੇਖੋ ਨਾ, ਰੱਬ ਨੂੰ ਮਿਲਣ ਲਈ ਬੰਦਾ ਘਰ ਛੱਡ ਦਿੰਦਾ ਹੈ, ਕਾਰੋਬਾਰ ਛੱਡ ਦਿੰਦਾ ਹੈ। ਰੱਬ ਨੂੰ ਮਿਲਣ ਲਈ ਕਿੰਨਾ ਭੁੱਖਾ ਬੈਠਾ ਹੈ, ਕੋਈ ਸਰੀਰ ਤੇ ਸੁਆਹ ਮਲੀ ਬੈਠਾ ਹੈ, ਕੋਈ ਪੁੱਠਾ ਲਟਕਿਆ, ਧੂਣੀਆਂ ਤਾਰਿਆ, ਪਤਾ ਨਹੀਂ ਕੀ ਕੁਝ ਮਨੁੱਖੀ ਜਗਤ ਅੰਦਰ ਹੋ ਰਿਹਾ। ਸਰੀਰ ਨੂੰ ਕਿੰਨਾ ਟਾਰਚਰ ਕਰ ਰਿਹਾ ਬੰਦਾ, ਆਪਣੇ ਆਪ ਨੂੰ ਵੀ ਦੂਜਿਆਂ ਨੂੰ ਵੀ ਟਾਰਚਰ ਕਰ ਰਿਹਾ। ਰੱਬ ਨੂੰ ਜ਼ੋਰ ਲਾਇਆ ਨਹੀਂ ਮਿਲਿਆ ਜਾਣਾ। ਰੱਬ ਨੂੰ ਮਿਲਣਾ ਤੇ ਇੱਕ ਕੁਦਰਤੀ ਪ੍ਰਕਿਰਿਆ, ਕੁਦਰਤੀ ਸਹਿਜ, ਜਿਹਨੂੰ ਕਹਿੰਦੇ ਸਹਿਜ ਦਾ ਅਰਥ ਹੁੰਦਾ ਹੈ ਸੁਤੇ ਸਿੱਧ, ਸੁਤੇ ਸਿੱਧ ਸਹਿਜ ਸੁਭਾਅ। ਰੱਬ ਨੂੰ ਮਿਲਣ ਦੇ ਲਈ ਇੱਕ ਸੁਭਾਅ ਬਣਾਉਣਾ ਪਏਗਾ। ਸੁਭਾਅ ਜੋ ਰੱਬ ਦਾ ਸੁਭਾਅ ਹੈ, ਜਦੋਂ ਸਾਡਾ ਬਣ ਗਿਆ ਅਸੀਂ ਆਪਣੇ ਆਪ ਹੀ ਰੱਬ ਚ ਲਿਵਲੀਨ ਹੋ ਜਾਵਾਂਗੇ। ਹੁਣ ਰੱਬ ਦਾ ਸੁਭਾਅ ਹੋਰ ਹੈ, ਸਾਡਾ ਸੁਭਾਅ ਹੋਰ ਹੈ। ਰੱਬ ਨਿਰਮਲ ਹੈ, ਅਸੀਂ ਮੈਲ ਦੇ ਨਾਲ ਭਰੇ ਹੋਏ ਹਾਂ। ਫਿਰ ਕਹਿੰਦੇ ਜੀ ਚਿੱਟੇ ਕੱਪੜੇ ਪਾ ਕੇ ਬੈਠ ਜਾਈਏ ਰੱਬ ਮਿਲ ਜਾਏ, ਕਿਸੇ ਧਰਮ ਸਥਾਨ ਤੇ ਬੈਠ ਜਾਈਏ ਰੱਬ ਮਿਲ ਜਾਏ, ਕੋਈ ਪਾਠ ਪੂਜਾ ਕੀਤਿਆਂ ਰੱਬ ਮਿਲ ਜਾਏ। ਐਵੇਂ ਕਿਵੇਂ ਮਿਲ ਜਾਏਗਾ? ਰੱਬ ਨੂੰ ਮਿਲਣਾ ਹੈ ਤੇ ਰੱਬ ਦੇ ਸੁਭਾਅ ਨੂੰ ਜਾਣਨਾ ਪਏਗਾ। ਰੱਬ ਨੂੰ ਮਿਲਣਾ ਹੈ ਤੇ ਰੱਬ ਵਰਗਾ ਸੁਭਾਅ ਬਣਾਉਣਾ ਪਏਗਾ। ਜਦੋਂ ਅਸੀਂ ਧਰਤੀ ਤੇ ਆਏ ਉਦੋਂ ਸੁਭਾਅ ਰੱਬ ਵਰਗਾ ਹੀ ਸੀ ਸਾਡਾ, ਤਾਈਓ ਕਹਿੰਦੇ ਬੱਚਾ ਰੱਬ ਵਰਗਾ ਹੁੰਦਾ। ਪਰ ਦੁਨੀਆ ਦਾ ਪ੍ਰਭਾਵ ਪਿਆ, ਸਾਡਾ ਸੁਭਾਅ ਜਿਹੜਾ ਸੀ ਉਹਦੇ ਤੇ ਪ੍ਰਭਾਵ ਪੈ ਗਿਆ, ਬਦਲ ਗਿਆ। ਸਾਡਾ ਸੁਭਾਅ ਫਿਰ ਰੱਬ ਵਾਲਾ ਨਾ ਰਿਹਾ, ਅੰਦਰੋਂ ਰੱਬੀ ਗੁਣ ਖਤਮ ਹੋ ਗਏ। ਗੁਰਬਾਣੀ ਕਹਿੰਦੀ ਜਿਉਂ-ਜਿਉਂ ਪ੍ਰਮਾਤਮਾ ਨੂੰ ਚੇਤੇ ਕਰੋਗੇ ਤੁਹਾਡੇ ਅੰਦਰ ਰੱਬੀ ਗੁਣ ਆਉਂਦੇ ਜਾਣਗੇ। ਜਿਉਂ-ਜਿਉਂ ਰੱਬੀ ਗੁਣ ਆਉਂਦੇ ਗਏ ਤੁਹਾਡਾ ਸੁਭਾਅ ਰੱਬ ਵਰਗਾ ਬਣ ਗਿਆ, ਫਿਰ ਤੁਸੀਂ ਸਹਿਜ ਸੁਭਾਈ ਰੱਬ ਚ ਲਿਵਲੀਨ ਹੋ ਜਾਓਗੇ। ਜਿਹਨੇ ਕਹਿੰਦੇ ਸਹਿਜ ਰਾਈ, ਸਹਿਜ ਦਾ ਅਰਥ ਹੁੰਦਾ ਹੈ
ਜਿਹੜਾ ਸਾਡਾ ਅਸਲੀ ਸੁਭਾਅ ਹੈ ਉੱਥੇ ਪਹੁੰਚ ਕੇ ਉਹ ਸਾਡਾ ਸੁਭਾਅ ਢੱਕਿਆ ਹੋਇਆ। ਜਿਵੇਂ ਮਿੱਟੀ ਘੱਟਾ ਪੈ ਕੇ ਕੋਈ ਚੀਜ਼ ਨਹੀਂ ਢੱਕੀ ਜਾਂਦੀ, ਕੱਪੜਿਆਂ ਤੇ ਮਿੱਟੀ ਘੱਟਾ ਪੈ ਜਾਏ ਉਹਨਾਂ ਦਾ ਰੰਗ ਬਦਲ ਜਾਂਦਾ, ਉਹ ਫਿਰ ਅਸੀਂ ਕੱਪੜੇ ਧੋਂਦੇ ਆ, ਸਾਫ਼ ਕਰਦੇ, ਫਿਰ ਨਿਖਰ ਜਾਂਦੇ ਨੇ, ਉਹਨਾਂ ਦਾ ਉਜਲ ਹੋ ਜਾਂਦੇ ਨੇ। ਸਾਡਾ ਸੁਭਾਅ ਢੱਕਿਆ ਹੋਇਆ, ਉਹ ਸੁਭਾਅ ਸਹਿਜ ਨੂੰ ਪ੍ਰਗਟ ਕਰਨਾ ਹੈ। ਉਹ ਸਹਿਜ ਨੂੰ ਪ੍ਰਗਟ ਕਰਨ ਦਾ ਤਰੀਕਾ ਇਹ ਹੈ ਕਿ ਆਪਣੇ ਅੰਦਰੋਂ ਔਗਣਾਂ ਦੀ ਮੈਲ ਨੂੰ ਬਾਹਰ ਕੱਢੀਏ। ਔਗਣਾਂ ਦੀ ਮੈਲ ਨੂੰ ਪ੍ਰਗਟ ਕਰਨ ਦਾ ਤਰੀਕਾ, ਦੂਰ ਕਰਨ ਦਾ ਤਰੀਕਾ ਕਿ ਆਪਾਂ ਗੁਣ ਗਾਈਏ, ਬਸ ਗੁਣ ਗਾਈਏ। ਔਗਣਾਂ ਨੂੰ ਨਫ਼ਰਤ ਕੀਤਿਆਂ ਨਹੀਂ ਦੂਰ ਹੋਣਗੇ, ਜ਼ੋਰ ਲਾਇਆ ਨਹੀਂ ਔਗਣ ਮਿਟਣਗੇ। ਜੀ ਮੈਂ ਅੱਜ ਝੂਠ ਨਹੀਂ ਬੋਲਣਾ, ਜਿੰਨਾ ਮਰਜ਼ੀ ਬੰਦਾ ਪ੍ਰਣ ਕਰ ਲੇ ਫਿਰ ਬੋਲਿਆ ਜਾਂਦਾ ਹੈ। ਉਹਦਾ ਇੱਕੋ ਇੱਕ ਤਰੀਕਾ ਹੈ ਕਿ ਆਪਾਂ परमात्मा ਦੀ ਸਿਫਤ ਸਲਾਹ ਕਰੀਏ, परमात्मा ਦੇ ਗੁਣ ਗਾਈਏ, ਗੁਰੂ ਕੀ ਬਾਣੀ ਨੂੰ ਪੜ੍ਹੀਏ, ਵਿਚਾਰੀਏ। ਜਿਉਂ-ਜਿਉਂ ਗੁਰੂ ਕੀ ਬਾਣੀ ਨੂੰ ਪਿਆਰ ਨਾਲ ਪੜਾਂਗੇ, ਵਿਚਾਰਾਂਗੇ, ਤਿਉਂ ਤੇ ਸਾਡਾ ਸੁਭਾਅ ਰੱਬ ਵਰਗਾ ਬਣਦਾ ਜਾਏਗਾ। ਦੇਖੋ ਰੱਬ ਨਿਰਵੈਰ, ਅਸੀਂ ਨਿਰਵੈਰ ਹੁੰਦੇ ਜਾਵਾਂਗੇ, ਰੱਬ ਨਿਰਭਉ, ਅਸੀਂ ਨਿਰਭਉ ਹੁੰਦੇ ਜਾਵਾਂਗੇ। ਜਿਉਂ-ਜਿਉਂ ਸਾਡੇ ਅੰਦਰ ਰੱਬੀ ਗੁਣ ਆਉਂਦੇ ਗਏ ਤਿਉਂ ਤੇ ਅਸੀਂ ਰੱਬ ਹੀ ਬਣਦੇ ਜਾਵਾਂਗੇ, ਰੱਬ ਵਿੱਚ ਲਿਵਲੀਨ ਹੋ ਜਾਵਾਂਗੇ। ਤੇ ਸਤਿਗੁਰੂ ਜੀ ਕਹਿੰਦੇ ਮਨੁੱਖ ਨੂੰ ਜਦੋਂ ਜਿਉਣ ਦੀ ਜੁਗਤ ਆ ਗਈ, ਗੁਰੂ ਕੋਲ ਆਉਣ ਦਾ ਅਰਥ ਹੈ ਜੀਵਨ ਜਾਚ ਸਿੱਖਣਾ। ਅਸੀਂ ਤੇ ਗੁਰੂ ਕੋਲ ਵੀ ਆਉਨੇ ਐਵੇਂ ਜਿਵੇਂ ਦੁਕਾਨ ਤੇ ਨਹੀਂ ਜਾ ਕੇ ਚੀਜ਼ਾਂ ਮੰਗੀ ਦੀਆਂ ਜਾਂ ਕਿਸੇ ਲੋਕਾਂ ਕੋਲੋਂ ਇਧਰੋਂ ਉਧਰੋਂ ਜਾ ਕੇ ਮੰਗੀ ਦੀਆਂ। ਅਸੀਂ ਗੁਰੂ ਕੋਲ ਵੀ ਦੁਨਿਆਵੀ ਪਦਾਰਥਾਂ ਦੀ ਮੰਗ ਕਰਕੇ ਹੀ ਆਉਨੇ। ਬਹੁਤ ਭਾਗਾਂ ਵਾਲੇ ਵਿਰਲੇ ਪ੍ਰਾਣੀ ਨੇ ਜਿਹੜੇ ਗੁਰੂ ਕੋਲ ਕੇਵਲ ਇਹ ਕਹਿਣ ਲਈ ਆਉਣ ਕਿ ਸਤਿਗੁਰੂ ਜੀ ਸਾਨੂੰ ਗਿਆਨ ਦੇ ਦਿਓ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜੇ ਗੁਰੂ ਪਾਸੋਂ ਸੂਝ ਬੂਝ ਲੈਣ ਲਈ ਆਉਣ, ਗੁਰਬਾਣੀ ਗਿਆਨ ਪ੍ਰਾਪਤ ਕਰ ਲਈਏ, ਧਰਮ ਗ੍ਰੰਥ ਗਿਆਨ ਪ੍ਰਾਪਤ ਕਰਨ ਲਈ। ਜਿਉਂ-ਜਿਉਂ ਗੁਰਬਾਣੀ ਦਾ ਗਿਆਨ ਸਾਡੀ ਜ਼ਿੰਦਗੀ 'ਚ ਵਸਦਾ ਜਾਏਗਾ ਤਿਉਂ ਤੋਂ ਰੱਬ ਨਾਲ ਨੇੜਤਾ ਬਣਦੀ ਜਾਏਗੀ। ਸਤਿਗੁਰੂ ਜੀ ਕਹਿੰਦੇ ਇੱਕ ਜੁਗਤ ਹੈ, ਜਦੋਂ ਜੁਗਤ ਆ ਗਈ, ਗੁਰ ਕਿਰਪਾ ਜੇ ਨਰ ਕੋ ਕੀਨੀ। ਉਹ ਜੁਗਤ ਕਿਹੜੀ ਹੈ? ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਹੇ ਨੇ, ਨੈ ਨਿੰਦਿਆ ਨੈ ਉਸਤਤ ਜਾ ਕੇ, ਲੋਭ ਮੋਹ ਅਵਮਾਨ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਵਮਾਨ। ਆਸਾ ਮਨਸਾ ਦੋ ਤਿਆਗੇ, ਖੋਜੇ ਪਦ ਨਿਰਵਾਨਾ। ਇਹ ਜੀਵਨ ਜਾਚ ਹੈ ਕਿ ਕਿਸੇ ਦੀ ਨਿੰਦਾ ਕਰੋ ਨਾ, ਕਿਸੇ ਦੀ ਨਿੰਦਾ ਸੁਣੋ ਨਾ। ਇਹ ਜੀਵਨ ਜਾਚ ਹੈ ਕਿ ਪਰ ਕਾ ਬੁਰਾ न राखो चीत, तुमको दुख नहीं भाई मीत। ਇਹ ਜੀਵਨ ਜਾਚ ਇਹ ਹੈ ਕਿ ਹੱਕ ਪਰਾਇਆ ਨਾਨਕਾ ਉਸੂਰ ਸਗਾਏ। ਇਹ ਜੀਵਨ ਜਾਚ ਹੈ। ਗੁਰਬਾਣੀ ਸਾਨੂੰ ਜੀਵਨ ਜਾਚ ਦੱਸਦੀ। ਹੁਣ ਮੈਂ ਕਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਮੈਂ ਬਹੁਤ ਵਾਰੀ ਪਾਠ ਕੀਤਾ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਾ ਹਾਂ, ਬਾਵੀ ਵਿਚਾਰਦਾ, ਪਰ ਮੈਂ ਬੋਲੀ ਜਾਵਾਂ ਝੂਠ, ਮੈਂ ਕਰੀ ਜਾਵਾਂ ਬੇਈਮਾਨੀ। ਹੁਣ ਮੈਂ ਕਹਾਂ ਕਿ ਰੱਬ ਦਾ ਬੜਾ ਸਿਮਰਨ ਕਰਦਾ, ਮੈਂ ਕਰੀ ਜਾਵਾਂ ਧੋਖਾਧੜੀ ਲੋਕਾਂ ਦੇ ਨਾਲ, ਤੇ ਮੈਂ ਤੇ ਕਦੀ ਰੱਬ ਦੀ ਰਹਿਮਤ ਨਹੀਂ ਲੈ ਸਕਦਾ, ਕਿਉਂਕਿ ਮੈਂ ਆਪਣੇ ਅੰਦਰੋਂ ਉਸ ਕੂੜੇ ਕਰਕਟ ਨੂੰ ਕੱਢਿਆ ਹੀ ਨਹੀਂ। ਜਿੰਨਾ ਚਿਰ ਉਹ ਕੂੜਾ ਕਰਕਟ ਅੰਦਰੋਂ ਨਹੀਂ ਜਾਏਗਾ, ਸਾਡਾ ਅੰਦਰ ਨਿਰਮਲ ਨਹੀਂ ਹੋਵੇਗਾ, ਰੱਬ ਦੇ ਨਾਲ ਕਦੀ ਨੇੜਤਾ ਨਹੀਂ ਬਣੇਗੀ। ਕਿਉਂਕਿ ਰੱਬ ਦਾ ਸੁਭਾਅ ਨਿਰਮਲ, ਅਸੀਂ ਮੈਲ ਦੇ ਨਾਲ ਭਰੇ ਹੋਏ ਹਾਂ। ਰੱਬ ਨਿਰਵੈਰ, ਅਸੀਂ ਵੈਰ ਦੇ ਨਾਲ ਭਰੇ ਹੋਏ ਹਾਂ। ਰੱਬ ਜਿਹੜਾ ਸਤ ਸੰਤੋਖ ਦਾ ਧਾਰਨੀ, ਤੇ ਅਸੀਂ ਅੰਦਰੋਂ ਝੂਠ ਦੇ ਨਾਲ ਭਰੇ ਹੋਏ ਹਾਂ। ਪਰਮਾਤਮਾ ਦੇ ਗੁਣ ਗਾਉਣ ਦਾ ਅਰਥ ਇਹ ਹੈ ਕਿ ਪਰਮਾਤਮਾ ਦੇ ਗੁਣ ਗਾਉਂਦਿਆਂ ਉਹ ਗੁਣ ਸਾਡੀ ਜ਼ਿੰਦਗੀ 'ਚ ਵਸਦੇ ਜਾਣ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੀ ਜ਼ਿੰਦਗੀ 'ਚ ਵਸ ਗਏ ਉਹ ਤੇ ਸਦਾ ਹੀ ਰੱਬ ਦੇ ਨੇੜੇ ਨੇ। ਉਹ ਕੋ ਰੱਬ ਨੂੰ ਲੱਭਣ ਦੇ ਲਈ ਕੋਈ ਬਾਹਰ ਨਹੀਂ ਜਾਂਦੇ ਕਿ ਘਰ ਛੱਡ ਕੇ ਬਾਹਰ ਜਾਣਾ। ਧਰਮ ਦੇ ਨਾਂ ਤੇ ਕੋਈ ਕਹੇ ਕਿ ਜੀ ਰੱਬ ਦੇ ਨਾਂ ਤੇ ਕੋਈ ਘਰ ਛੱਡ ਗਿਆ, ਸਮਝੋ ਕਿ ਪਖੰਡ ਹੈ, ਅਡੰਬਰ ਹੈ। ਰੱਬ ਕਿਤੇ ਬਾਹਰ ਥੋੜੋ ਵਸਦਾ ਹੈ। ਬਾਬਾ ਰਾਮਾਨੰਦ ਜੀ ਦੇ ਬੜੇ ਪਿਆਰੇ ਬਚਨ ਨੇ। ਬਸੰਤ ਰਾਗ 'ਚ ਕੁਝ ਦਿਨ ਪਹਿਲਾਂ ਆਏ ਸਨ, ਕਹਿਣ ਲੱਗੇ ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤ ਨ ਚਲੇ ਮਨ ਭਇਓ ਪੰਗ। ਏਕ ਦਿਵਸ ਮਨ ਭਈ ਉਮੰਗ, ਬੋਚੋਵਾ ਚੰਦਨ ਲੈ ਸੁਗੰਧ, ਪੂਜਨ ਸਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਘਰ ਹੀ ਮਾਹੇ। ਕਹਿਣ ਲੱਗੇ ਕਿ ਇੱਕ ਦਿਨ ਮੇਰੇ ਮਨ 'ਚ ਵਿਚ ਆ ਜਾ ਗਿਆ ਕਿ ਮੈਂ ਵੀ ਉਸ ਰੱਬ ਦੀ ਪੂਜਾ ਕਰਨੀ। ਠਾਕਰ ਦੁਆਰੇ ਤੇ ਤੁਰ ਪਿਆ, ਕੋਲ ਚੰਦਨ ਲੈ ਕੇ, ਫੁੱਲ ਲੈ ਕੇ, ਸਾਰੀ ਸਮਗਰੀ ਲੈ ਕੇ ਤੁਰ ਪਿਆ ਮੈਂ। ਤੇ ਮੈਨੂੰ ਰਸਤੇ 'ਚ ਮੇਰਾ ਗੁਰੂ ਮੇਰੇ ਪਿਆ ਕਹਿੰਦਾ ਕਿੱਧਰ ਚੱਲਿਆ? ਮੈਂ ਕਿਹਾ ਜੀ ਮੈਂ ਚੱਲਿਆ ਬ੍ਰਹਮ ਦੀ ਪੂਜਾ ਕਰਨ ਦੇ ਲਈ। ਤੇ ਉਹਨੇ ਇੱਕੋ ਗੱਲ ਕੀ, ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ। ਉਹ ਠਾਕਰ ਦੁਆਰੇ ਤੇ ਤੂੰ ਤਾਂ ਜਾਏ ਜੇ ਤੇਰੇ ਹਿਰਦੇ 'ਚ ਰੱਬ ਨਾ ਹੋਏ, ਉੱਥੇ ਪੂਜਾ ਕਰਨ ਤੇ ਤੂੰ ਤਾਂ ਜਾਏ ਜੇ ਤੇਰੇ ਘਰ 'ਚ ਰੱਬ ਨਾ ਹੋਏ। ਪਰਮਾਤਮਾ ਹਿਰਦੇ 'ਚ ਹੈ। ਹੁਣ ਇੱਕ ਸਵਾਲ ਖੜਾ ਹੋਏਗਾ ਕਿ ਗੁਰਦੁਆਰੇ ਕੀ ਲੈਣ ਲਈ ਆਉਣੇ? ਗੁਰਦੁਆਰੇ ਗਿਆਨ ਲੈਣ ਲਈ ਆਉਣੇ। ਇੱਥੇ ਕੋਈ ਅਸੀਂ ਰੱਬ ਦੀ ਪੂਜਾ ਨਹੀਂ ਕਰਨ ਲਈ ਆਉਂਦੇ।
ਗੁਰਦੁਆਰੇ ਗਿਆਨ ਲੈਣ ਲਈ ਆਉਣਾ। ਜਿਵੇਂ ਸਕੂਲੇ ਅਸੀਂ ਕੁਝ ਜਾਣਨ ਲਈ ਜਾਂਦੇ ਆ, ਕੁਝ ਸਮਝਣ ਲਈ ਜਾਂਦੇ ਆ, ਗੁਰਦੁਆਰੇ ਸਾਡਾ ਸਕੂਲ ਨੇ। ਇਹ ਸਤ ਸੰਗਤ ਸਾਡਾ ਸਕੂਲ ਹੈ। ਸਤ ਸੰਗਤ ਸਤਿਗੁਰ ਚਾਟਸਾਲ ਹੈ, ਜਿਤ ਹਰ ਗੁਣ ਸਿੱਖਾ। ਇਹ ਸਾਡੀ ਪਾਠਸ਼ਾਲਾ ਹੈ। ਗੁਰਦੁਆਰੇ ਆਉਣੇ ਗਿਆਨ ਲੈਣ ਲਈ, ਗੁਰਬਾਣੀ ਪੜ੍ਹਨੀ ਹੈ ਗਿਆਨ ਲੈਣ ਲਈ। ਜਦੋਂ ਗਿਆਨ ਹੋ ਗਿਆ ਤੇ ਆਪਾਂ ਜਿੱਧਰ ਦੇਖਾਂਗੇ ਪ੍ਰਮਾਤਮਾ ਤੇ ਸਰਵ ਵਿਆਪਕੀ ਹੈ। ਫਿਰ ਪ੍ਰਮਾਤਮਾ ਨੂੰ ਲੱਭਣ ਲਈ ਬਾਹਰ ਜਾਣ ਦੀ ਲੋੜ ਨਹੀਂ ਰਹੇਗੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਡੇ ਮਨ ਨੂੰ ਸੰਬੋਧਨ ਕਰਦਿਆਂ ਰੱਬੀ ਪਿਆਰਿਆਂ ਦਾ ਸੁਭਾਅ ਬਿਆਨ ਕੀਤਾ ਹੈ। ਉਹ ਮਨਾ ਤੁਮੀ ਉਸ ਜਗਨਨਾਥ ਜਗਦੀਸ਼ਰ ਜਗ ਜੀਵਨ, ਮਨ ਨੂੰ ਮੋਹ ਲੈਣ ਵਾਲੇ ਪ੍ਰਮਾਤਮਾ ਦੇ ਗੁਣ ਗਾਇਆ ਕਰ। ਜਿਉਂ-ਜਿਉਂ ਗੁਣ ਗਾਏਗਾ ਉਹ ਪ੍ਰਮਾਤਮਾ ਆਪੇ ਤੈਨੂੰ ਆਪਣੇ ਵੱਲ ਖਿੱਚ ਲਏਗਾ। ਉਹਦਾ ਇੱਕ ਸੁਭਾਅ ਹੈ, ਉਹਦੀ ਇੱਕ ਸ਼ਕਤੀ ਹੈ। ਜਿੰਨਾ ਤੁਸੀਂ ਅੰਦਰੋਂ ਪਿਓਰ ਹੁੰਦੇ ਜਾਓਗੇ ਨਾ, ਜਿਵੇਂ ਚੁੰਬਕ ਨਹੀਂ ਲੋਹੇ ਨੂੰ ਆਪਣੇ ਵੱਲ ਖਿੱਚ ਜਾਂਦੀ, ਲੋਹਾ ਹੋਏ ਪਿਓਰ ਹੋਏ ਲੋਹਾ ਚੁੰਬਕ ਨੂੰ ਆਪਣੇ ਵੱਲ ਖਿੱਚ ਲੈਂਦੀ। ਜਿੰਨਾ ਤੁਸੀਂ ਅੰਦਰੋਂ ਪਿਓਰ ਹੁੰਦੇ ਜਾਓਗੇ ਪਰਮਾਤਮਾ ਆਪਣੇ ਵੱਲ ਖਿੱਚ ਲਏਗਾ। ਜਿੰਨਾ ਅੰਦਰੋਂ ਅਸੀਂ ਸਿਆਣਪਾਂ, ਚਤਰਾਈਆਂ, ਚਲਾਕੀਆਂ, ਬੇਈਮਾਨੀਆਂ ਨਾਲ ਭਰੇ ਆ, ਜਿੰਨਾ ਮਰਜ਼ੀ ਜ਼ੋਰ ਲਾਓ ਰੱਬ ਨਾਲ ਨੇੜਤਾ ਬਣ ਹੀ ਨਹੀਂ ਸਕਦੀ। ਉਹ ਪਰਮਾਤਮਾ ਮਨ ਨੂੰ ਮੋਹ ਲੈਣ ਵਾਲਾ। ਉਸ ਪਰਮਾਤਮਾ ਦੇ ਗੁਣ ਗਾਓ, ਮਨ ਨੂੰ ਮੋਹ ਲਏਗਾ। ਪਰਮਾਤਮਾ ਦੇ ਗੁਣ ਦਾ ਅਰਥ ਇਹ ਨਹੀਂ ਕਿ ਆਪਾਂ ਉਹਦੀ ਕੋਈ ਕੀਮਤ ਪਾ ਲੈਣੀ, ਉਹਦਾ ਤੇ ਕੀਮਤ ਕੋਈ ਮੁੱਲ ਪਾ ਹੀ ਨਹੀਂ ਸਕਦਾ। ਉਹ ਬੇਅੰਤ ਹੈ। ਬ੍ਰਹਮਾ ਵਰਗੇ ਉਹਦਾ ਮੁੱਲ ਨਹੀਂ ਪਾ ਸਕੇ, ਅੱਜ ਤੱਕ ਕੋਈ ਉਹਦੀ ਕੀਮਤ ਨਹੀਂ ਪਾ ਸਕਿਆ। ਜਿਨ੍ਹਾਂ ਨੇ ਉਹਦੇ ਗੁਣ ਗਾਏ ਉਹ ਸਦਾ ਉਹਦੇ ਵਿੱਚ ਲਿਵਲੀਨ ਰਹਿੰਦੇ ਨੇ, ਅਭੇਦ ਰਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਉਹਦੇ ਗੁਣ ਗਾਏ ਉਹ ਤੇ ਪਰਮਾਤਮਾ ਚ ਇਵੇਂ ਮਿਲ ਗਏ। ਜਨ ਨਾਨਕ ਸਲਲੈ ਸਲਲ ਮਿਲਾਤ, ਸਲਲ ਮਹਿਣਾ ਪਾਣੀ। ਜਿਵੇਂ ਪਾਣੀ ਪਾਣੀ ਵਿੱਚ ਲਿਵਲੀਨ ਹੋ ਜਾਂਦਾ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੁਖਮਨੀ ਸਾਹਿਬ ਜੀ ਬੜੇ ਪਿਆਰੇ ਬਚਨ ਪੜ੍ਹਦੇ ਕਿ ਸਾਡਾ ਮਨ ਕਿਤੇ ਸਤ ਸੰਗਤ ਨਾਲ ਜੁੜ ਜਾਏ ਨਾ, ਸਤ ਸੰਗਤ ਚ ਆ ਜਾਏ। ਦੇਖੋ ਤਨ ਆਇਆ, ਤਨ ਇੱਕ ਸਾਧਨ ਸੀ ਮਨ ਨੂੰ ਲਿਆਉਣ ਦਾ, ਪਰ ਹੁੰਦਾ ਕੀ ਹੈ ਤਨ ਆ ਜਾਂਦਾ ਤੇ ਮਨ ਭੱਜ ਜਾਂਦਾ ਇੱਥੋਂ। ਮਨ ਹੋਰ ਹੀ ਪਾਸੇ ਉਡਾਰੀਆਂ ਮਾਰਦਾ ਰਹਿੰਦਾ। ਤਨ ਦੇ ਨਾਲ ਮਨ ਵੀ ਟਿਕ ਜਾਏ ਸਤ ਸੰਗਤ ਵਿੱਚ, ਮਨ ਵੀ ਜੁੜ ਜਾਏ ਸ਼ਬਦ ਦੇ ਨਾਲ। ਸਤਿਗੁਰੂ ਜੀ ਕਹਿੰਦੇ ਕਬੂ ਸਾਧ ਸੰਗਤ ਉਪਾਵੈ, ਉਸ ਸਥਾਨ ਤੇ ਬਹੁ ਰੁਣਾ ਆਵੈ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼। ਫਿਰ ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਿਟ ਕੇ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਜਦੋਂ ਮਨ ਗਿਆਨਵਾਨ ਹੋ ਗਿਆ ਉਦੋਂ ਪ੍ਰਮਾਤਮਾ ਚ ਇਵੇਂ ਸਮਾ ਜਾਏਗਾ ਬੰਦਾ ਜਿਵੇਂ ਪਾਣੀ ਪਾਣੀ ਸਮਾ ਜਾਂਦਾ। ਹੁਣ ਪਾਣੀ ਨੂੰ ਪਾਣੀ ਚ ਬਣਾਉਣ ਚ ਕੋਈ ਚਿਰ ਲੱਗਦਾ? ਪਾਣੀ ਪਾਣੀ ਚ ਝੱਟ ਲਿਵਲੀਨ ਹੋ ਜਾਂਦਾ ਜੇ ਦੋ ਪਾਣੀ ਇਕੱਠੇ ਕਰ ਦਈਏ, ਕੋਈ ਜ਼ੋਰ ਨਹੀਂ ਲੱਗਦਾ ਕਿ ਲਾਓ। ਇਵੇਂ ਜਦੋਂ ਆਪਾਂ ਅੰਦਰੋਂ ਪਵਿੱਤਰ ਹੋ ਗਏ ਪਰਮਾਤਮਾ ਚ ਲਿਵਲੀਨ ਹੋਣ ਚ ਕੋਈ ਜ਼ੋਰ ਨਹੀਂ ਲੱਗੇਗਾ। ਪਰਮਾਤਮਾ ਚ ਅਸੀਂ ਸਮਾ ਜਾਵਾਂਗੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਮਝਾਇਆ ਸਾਡੇ ਮਨ ਨੂੰ, ਆਪਣੇ ਮਨ ਨੂੰ। ਗੱਲ ਸਾਡੀ ਮਨੁੱਖਤਾ ਦੀ ਕੀਤੀ ਭਾਈ। ਜਿਹੜੇ ਰੱਬ ਦੇ ਪਿਆਰੇ ਨੇ ਉਹ ਵਾਹਿਗੁਰੂ ਜੀ ਕੀਰਤੀ ਕਰਦਿਆਂ ਪ੍ਰਮਾਤਮਾ ਚ ਲਿਵਲੀਨ ਹੋ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਤੁਸੀਂ ਵੀ ਪ੍ਰਮਾਤਮਾ ਦੇ ਗੁਣ ਗਾਇਆ ਕਰੋ। ਪ੍ਰਮਾਤਮਾ ਦੇ ਗੁਣ ਗਾਉਣਾ ਹੀ ਸਭ ਤੋਂ ਮਹਾਨ ਤਰੀਕਾ ਹੈ। ਗੁਰਬਾਣੀ ਕਹਿੰਦੀ ਜਿਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਦੇ ਸਾਰੇ ਡਰ ਕੱਟੇ ਗਏ। ਅੱਜ ਜਿਸ ਸਮੇਂ ਚ ਅਸੀਂ ਗੁਜ਼ਰ ਰਹੇ ਹਾਂ, ਸਮੁੱਚੀ ਮਨੁੱਖੀ ਸਮਾਜ ਜਿਸ ਦੌਰ ਚ ਗੁਜ਼ਰੇ ਹੈ, ਆਪਾਂ ਦੇਖਦੇ ਬੜਾ ਡਰਾਉਣਾ ਜਿਹਾ ਵਾਤਾਵਰਣ ਬਣਿਆ ਹੋਇਆ। ਸਾਰੇ ਪਾਸੇ ਬੜੀਆਂ ਡਰਾਉਣੀਆਂ ਖਬਰਾਂ ਆ ਰਹੀਆਂ ਨੇ। ਪਰ ਇਹ ਗੱਲ ਚੇਤੇ ਰੱਖੀਏ, ਇਹ ਜਗਤ ਪ੍ਰਮਾਤਮਾ ਨੇ ਪੈਦਾ ਕੀਤਾ ਹੈ। ਮਰਨਾ ਜਿਉਣਾ ਪ੍ਰਮਾਤਮਾ ਦੇ ਹੱਥ ਵਿੱਚ ਹੈ। ਗੁਰੂ ਕਾ ਸਿੱਖ ਤਾਂ ਬੜਦਾ ਮਾਰੇ ਰੱਖੈ, ਏਕੋ ਆਪ ਮਾਨੋ ਕਹਿ ਕਿਸਨਾ ਹੀ ਆਪ। ਇਹ ਜੋ ਇਹ ਹਾਲਾਤ ਬਣਦੇ ਨੇ ਇਹ ਸਾਨੂੰ ਕੁਝ ਸਮਝਾਉਣ ਲਈ ਹੁੰਦੇ ਨੇ, ਸਾਨੂੰ ਕੁਝ ਦੱਸਣ ਲਈ ਹੁੰਦੇ ਨੇ। ਸਮੇਂ ਤੇ ਪ੍ਰਕਿਰਤੀ ਜਿਹੜੀ ਆਪਣਾ ਰੂਪ ਰੰਗ ਦਿਖਾਉਂਦੀ ਰਹਿੰਦੀ ਮਨੁੱਖ ਨੂੰ ਸਮਝਾਉਣ ਲਈ। ਮਨੁੱਖ ਕਿਉਂਕਿ ਪ੍ਰਕਿਰਤੀ ਦਾ ਵਿਰੋਧੀ ਬਣ ਗਿਆ, ਮਨੁੱਖ ਨੇ ਪ੍ਰਕਿਰਤੀ ਨੂੰ ਤਬਾਹ ਕਰਨਾ ਸ਼ੁਰੂ ਕਰਤਾ, ਕੁਦਰਤੀ ਸਰੋਤਾਂ ਨੂੰ ਖਤਮ ਕਰਨਾ ਸ਼ੁਰੂ ਕਰਤਾ। ਮਨੁੱਖ ਦੀ ਲਾਲਸਾ, ਮਨੁੱਖ ਦਾ ਲਾਲਚ ਇੰਨਾ ਵੱਧ ਗਿਆ, ਇਹਨੇ ਪਹਾੜ ਵੱਢ ਕੇ ਵੇਚਣੇ ਸ਼ੁਰੂ ਕਰਤੇ ਪਰ ਰੱਜਦਾ ਨਹੀਂ ਹੈ। ਦਰਿਆ ਇਹਨੇ ਵੱਢ ਕੇ ਵੇਚਣੇ ਸ਼ੁਰੂ ਕਰਤੇ, ਰੱਜਿਆ ਨਹੀਂ ਹੈ। ਧਰਤੀ ਤੇ ਬਨਸਪਤੀ ਵੱਢ ਕੇ ਵੇਚਣੀ ਸ਼ੁਰੂ ਕਰਤੀ, ਰੱਜਦਾ ਹੀ ਨਹੀਂ ਹੈ। ਬਸ ਉਹ ਜਿਹੜੀ ਸਾਡੀ ਤ੍ਰਿਸ਼ਨਾਲੂ ਸੁਭਾਅ ਸੀ ਉਹਦੇ ਚੋਂ ਇਹ ਸਾਰੇ ਰੋਗ, ਇਹ ਦੁੱਖ ਪੈਦਾ ਹੁੰਦੇ ਨੇ। ਤੇ ਦੁੱਖਾਂ ਭਰੇ ਸਮੇਂ ਚ ਇੱਕੋ ਇੱਕ ਤਰੀਕਾ ਹੈ, ਉਸ ਪਰਮਾਤਮਾ ਦਾ ਆਸਰਾ ਲਈਏ। ਪਰਮਾਤਮਾ ਹੀ ਮਾਰਨ ਰੱਖਣ ਵਾਲਾ ਹੈ, ਉਹਦੇ ਪਿਆਰ ਜੁੜਾਂਗੇ। ਦਰਅਸਲ ਰੋਗ ਉਹਨਾਂ ਘਾਤਕ ਨਹੀਂ ਹੈ ਜਿੰਨਾ ਡਰ ਘਾਤਕ ਹੁੰਦਾ। ਰੋਗ ਨਹੀਂ, ਡਰ ਬੰਦੇ ਨੂੰ ਮਾਰਦਾ ਹੈ। ਇਸ ਕਰਕੇ ਡਰ ਤੋਂ ਮੁਕਤ ਹੋਣ ਦੀ ਲੋੜ ਹੈ।
ਅੰਦਰੋਂ ਅਸੀਂ ਨਿਰਭਉ ਹੋ ਕੇ ਵਿਚਰਾਂਗੇ। ਦੇਖੋ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਇਹੋ ਜਿਹੇ ਬਿਖਮ ਸਮੇਂ ਤੇ ਵੀ ਮਨੁੱਖਤਾ ਦੀ ਸੇਵਾ ਕਰ ਰਹੇ ਨੇ। ਔਰ ਗੁਰੂ ਸਾਹਿਬ ਦਾ ਇਤਿਹਾਸ ਪੜ੍ਹੀਏ, ਮਹਾਮਾਰੀਆਂ ਗੁਰੂ ਸਾਹਿਬ ਜੀ ਦੇ ਵੇਲੇ ਵੀ ਆਈਆਂ, ਪਰ ਗੁਰੂ ਸਾਹਿਬ ਜੀ ਨੇ ਆਪ ਉਹਨਾਂ ਲੋਕਾਂ 'ਚ ਵਿਚਰ ਕੇ ਲੋਕਾਂ ਦੀ ਬਾਂਹ ਫੜੀ, ਬੜੇ ਨਿਰਭਉ ਹੋ ਕੇ ਵਿਚਰਦੇ ਰਹੇ। ਸੋ ਅੱਜ ਦੇ ਸਮੇਂ 'ਚ ਵੀ ਸਭ ਤੋਂ ਵਧੀਆ ਜੋ ਸਾਨੂੰ ਸਾਡੇ ਸਤਿਗੁਰੂ ਜੀ ਨੇ ਆਸਰਾ ਦਿੱਤਾ ਹੈ, ਪਰਮਾਤਮਾ ਦਾ ਆਸਰਾ ਲੈ ਕੇ ਜੀਵਨ ਇੱਕ ਸਰਲ ਤਰੀਕੇ ਨਾਲ ਜੀਏ, ਆਪ ਵੀ ਤੇ ਸਮਾਜ ਨੂੰ ਸੋਹਣਿਆ ਬਣਾਉਣ ਲਈ ਵਿਚਰੀਏ। ਉਹ ਪ੍ਰਮਾਤਮਾ ਮਿਹਰ ਕਰੇਗਾ। ਇਹ ਦੁੱਖਾਂ ਦਾ ਸਮਾਂ ਵੀ ਚਲਿਆ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦਾ ਪਿਆਰ ਬਖਸ਼ਣ ਜੀ। ਘਰਾਂ ਵਿੱਚ ਸੁਖ ਸ਼ਾਂਤੀ ਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਪਿਆਰ ਸਭ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।